ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰ ਨਾਨਕ ਪਗ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਓ ਹਿਰਦੈ ਧਿਆਓ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰਿ ਗੋਬਿੰਦ ਸ਼ੋਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੇ ਨਮੋ ਕਰ ਜੋਰੇ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ
ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ या मैं अमृत नाम है माणक भगत बैराग श्री गुरु ग्रंथ साहिब ओदक बंदो कर अनुराग एक अंगारा सतगुरु ਤੈ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ है बिगन बिनासन सोए वाहिगुरु जी की फतेह है बिगन बिनासन सोए। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਭੋਰ ਭਈ ਹਰ ਬਿੰਦ ਖੀਰੇ ਅਰਣੋ ਦੇ ਤੇ ਚਕਵੇ ਹਰ ਖਾਏ। ज्यों गुरु की करना बिगसे और मेल सुखम सोमति मन पाए। और भई अरविंद खिरे जुगो जुग अटल दसां ही गुरुआं दी आत्मक जोत चवर छतर तखत दे मालक सोहणे सुंदर तखतां ते प्रकाशमान सतगुरु धन 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 श्री गुरु ग्रंथ साहिब जी महाराज। एक बारी सारे बोलो जी धन 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 श्री गुरु ग्रंथ साहिब जी महाराज। इन्हां दी पावन पवित्र बारगाह विच संध्या दे समय सजे दीवाना दियां हाजरियां भर रही गुरु रूप साध संगत जीओ करो रसना नूं पवित्र गज वज के फतेह प्रवान करो जी। बोलो वाहिगुरु जी का खालसा वाहिगुरु जी की फतेह। सत संगत दा सुभाग समा प्राप्त होया। संध्या दे समय रहरास साहिब जी दे पाठ तो उपरंत सूरज प्रकाश विचों साहिब श्री गुरु नानक पातशाह जी दा पावन पवित्र जीवन इतिहास आप संगतां बड़ी शरधा प्रेम भावना दे नाल सरवण करन वास्ते सतगुरां दे सन्मुख आके नकमस्तक होके बैठदे हो। कीमती समय विचों ਇਹ ਕੀਮਤੀ ਸਮਾਂ ਕੱਢਿਆ ਆਪ ਜੀ ਨੇ ਔਰ ਜਿਹੜਾ ਸਮਾਂ ਇੱਥੇ ਬੈਠ ਗਏ ਇਹਦੀ ਕੋਈ ਕੀਮਤ ਨਹੀਂ ਹੈ। ਇਹ ਬੇਸ਼ਕੀਮਤੀ ਸਮਾਂ ਬਣ ਗਿਆ। ਆਪ ਸੰਗਤ ਰੂਪ ਇਕੱਠੇ ਹੋਏ ਹੋ ਸਤਿਗੁਰਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਹਜ਼ੂਰ ਆ ਕੇ ਬੈਠੇ ਹੋ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ शनिवार परसों आपां ने सरवण कीता सतगुर पातशाह तलवंडी आए ने आके माता पिता नूं मिले ने। माता पिता ने जोर पाया कि घर रहो। सतगुरां ने जवाब दिता
ਮੇਰਾ ਪਰਿਵਾਰ ਕੀ ਹੈ, ਇਹ ਆਪਾਂ ਨੇ ਸਰਵਣ ਕੀਤਾ। ਫਿਰ ਰਾਏ ਬੁਲਾਰ ਜੀ ਕੋਲ ਗਏ। ਸੱਚੇ ਪਾਤਸ਼ਾਹ ਮਿਲੇ ਰਾਏ ਬੁਲਾਰ ਜੀ ਨੂੰ ਬੜੀ ਪ੍ਰੇਮ ਭਾਵਨਾ ਦੇ ਨਾਲ। ਰਾਏ ਬੁਲਾਰ ਜੀ ਨੇ ਸਤਿਗੁਰਾਂ ਦੀ ਸੇਵਾ ਕੀਤੀ, ਚਰਨ ਪਰਸੇ, ਚਰਨ ਧੋਏ ਔਰ ਅੰਮ੍ਰਿਤ ਜਲ ਪੀਤਾ ਰਾਏ ਬੁਲਾਰ ਜੀ ਨੇ। ਫਿਰ ਰਾਏ ਬੁਲਾਰ ਜੀ ਨੇ ਪੰਡਤ ਨੂੰ ਬੁਲਾਇਆ, ਇਸ਼ਨਾਨ ਕਰਕੇ ਰਸੋਈ ਪਵਿੱਤਰ ਕਰਕੇ ਖਾਣਾ ਬਣਾਇਆ, ਛਕਾਇਆ ਭੋਜਨ ਗੁਰੂ ਨਾਨਕ ਪਾਤਸ਼ਾਹ ਨੂੰ। ਇੰਨੀ ਦੇਰ ਨੂੰ ਮਾਤਾ ਤ੍ਰਿਪਤਾ ਜੀ, ਮਹਿਤਾ ਕਾਲੂ ਜੀ, ਭਾਈਆ ਲਾਲੂ ਜੀ ਆਏ। ਉਹਨਾਂ ਬੇਨਤੀ ਕੀਤੀ, ਰਾਏ ਬੁਲਾਰ ਜੀ ਨੂੰ ਆਖਿਆ ਕਿ ਨਾਨਕ ਜੀ ਨੂੰ ਕਹੋ ਕਿ ਉਹ ਘਰ ਰਹਿਣ, ਪਰਿਵਾਰ ਵਿੱਚ ਰਹਿਣ, ਤੇ ਆਹ ਜਿਹੜਾ ਬਾਣਾ ਪਾਇਆ ਨਾ ਫਕੀਰਾਂ ਵਾਲਾ, ਇਹ ਉਤਾਰ ਦਿੱਤਾ ਜਾਵੇ ਤੇ ਖੇਤੀਬਾੜੀ ਕਰ ਲੈਣ। ਰਾਏ ਬੁਲਾਰ ਜੀ ਨੇ ਵੀ ਇਹੋ ਸੁਝਾਅ ਦਿੱਤਾ ਕਿ ਖੇਤੀਬਾੜੀ ਕਰ ਲਓ, ਜ਼ਮੀਨ ਬਹੁਤ ਹੈ, ਮੈਂ ਹਾਲਾ ਨਹੀਂ ਲਵਾਂਗਾ, ਆਪ ਖੇਤੀਬਾੜੀ ਕਰੋ, ਅਨਾਜ ਪੈਦਾ ਕਰੋ। ਸਤਿਗੁਰਾਂ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਵਿਰਲਾ ਬੂਝੈ ਕੋਏ। ਚਾਰ ਪਦਿਆਂ ਦਾ ਸ਼ਬਦ ਆਪਾਂ ਨੇ ਵਿਚਾਰ ਕੇ ਹੌਲੀ ਹੌਲੀ ਸ਼ਬਦ ਦੀ ਸੰਪੰਨਤਾ ਕੀਤੀ। ਹਾਣ ਹਟ ਕਰ ਆਰਜਾ, ਇਹਦੇ ਅਰਥ ਹੋਏ। ਫਿਰ ਸਤਿਗੁਰਾਂ ਨੇ ਵਪਾਰ ਦੀ ਵੀ ਗੱਲ ਕੀਤੀ। ਮੈਂ ਵਪਾਰ ਕਰ ਰਿਹਾ, ਦੁਕਾਨਦਾਰੀ ਕਰ ਰਿਹਾ ਹਾਂ ਨਾਮ ਦੀ। ਸਤਿਗੁਰਾਂ ਨੇ ਸਾਰੇ ਸ਼ਬਦ ਵਿੱਚ ਨਾਮ ਨੂੰ ਮਹੱਤਤਾ ਦਿੱਤੀ ਕਿ ਨਾਮ ਹੀ ਪ੍ਰਮੁੱਖ ਹੈ, ਔਰ ਜੋ ਜੋ ਨਾਮ ਜਪਣਗੇ ਉਹਨਾਂ ਦਾ ਕਲਿਆਣ ਹੋ ਜਾਵੇਗਾ। ਸਤਿਗੁਰ ਪਾਤਸ਼ਾਹ ਹੁਣ ਤਲਵੰਡੀ ਵਿਖੇ ਰਹਿ ਰਹੇ ਨੇ, ਔਰ ਦਿਨੇ ਸਤਿਗੁਰ ਪਾਤਸ਼ਾਹ ਜੰਗਲ ਵਿੱਚ ਵਿਚਰਦੇ ਨੇ, ਬੰਦਗੀ ਵਿੱਚ ਬੈਠਦੇ ਨੇ, ਰਾਤ ਨੂੰ ਘਰ ਆ ਜਾਂਦੇ ਨੇ। ਇਸੇ ਤਰ੍ਹਾਂ ਸਮਾਂ ਹੌਲੀ ਹੌਲੀ ਆਪਣੀ ਚਾਲ ਚੱਲਦਾ ਹੈ। ਕੁਝ ਸਮਾਂ ਸਤਿਗੁਰੂ ਤਲਵੰਡੀ ਵਿੱਚ ਰਹਿਣਗੇ, ਔਰ ਜਦੋਂ ਜਦੋਂ ਰਾਏ ਬੁਲਾਰ ਜੀ ਬੁਲਾਉਣਗੇ, ਸੱਚੇ ਪਾਤਸ਼ਾਹ ਜਾਂਦੇ ਨੇ, ਰਾਏ ਬੁਲਾਰ ਜੀ ਨੂੰ ਖੁਸ਼ੀਆਂ ਦਿੰਦੇ ਨੇ। ਆਓ ਅੱਗੇ ਪ੍ਰਸੰਗ ਸਰਵਣ ਕਰੀਏ। ਇੱਕ ਵਾਰੀ ਰਸਨਾ ਨਾਲ ਜਪੋ ਜੀ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਹੋਰ ਪਈ ਅਰਬਿੰਦ ਘਿਰੇ, ਅਰਣੋਦੈ ਦੇ ਚਕਵੇ ਹਰ ਖਾਏ। ਅੰਮ੍ਰਿਤ ਵੇਲਾ ਹੋ ਗਿਆ, ਭੋਰ ਦਿਨ ਚੜ ਗਿਆ, ਤਾਰੇ ਛਿਪ ਗਏ ਨੇ, ਪਰਿੰਦੇ ਪੰਛੀ ਬੋਲ ਰਹੇ ਹਨ, ਚਹਿਕਣ ਲੱਗ ਪਏ ਹਨ। ਜਿਉ ਗੁਰੂ ਕੀ ਕਰਨਾ ਬਿਕਸੇ, ਔਰ ਮੇਲ ਸੁਖਮ ਸੁਮਤੀ ਮਨ ਪਾਏ। ਸਤਿਗੁਰਾਂ ਦੀ ਕਰੁਣਾਮਈ ਦਇਆਮਈ ਦ੍ਰਿਸ਼ਟੀ ਪੈ ਰਹੀ ਹੈ ਤੇ ਸੁੱਖਾਂ ਦੀ ਪ੍ਰਾਪਤੀ ਹੋ ਰਹੀ ਹੈ। ਤਾਰੇ ਛਪੇ ਜਿਉ ਬਿਕਾਰੇ ਨਸੇ, ਜਨਮੋ ਤਮੰ ਨਹਿ ਦੀਸਨ ਪਾਏ। ਤਾਰੇ ਛਿਪ ਗਏ, ਇਸ ਤਰ੍ਹਾਂ ਜਿੱਦਾਂ ਮੋਹ ਖਤਮ ਹੋ ਜਾਵੇ ਤੇ ਮੋਹ ਤੋਂ ਰਹਿਤ ਪ੍ਰਾਣੀ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਾ ਹੈ। ਕੀਨ ਇਸ਼ਨਾਨ ਗਏ ਉਦਿਆਨ,
ਇਕੰਤ ਸਥਾਨ ਮੈਂ ਬੈਸ ਸੁਹਾਏ। ਇਸ਼ਨਾਨ ਕੀਤਾ ਸਤਿਗੁਰਾਂ ਨੇ, ਬਸਤਰ ਪਹਿਨੇ ਤੇ ਫਿਰ ਉਦਿਆਨ ਜੰਗਲ ਵਿੱਚ ਚਲੇ ਗਏ ਹਨ। ਦੋਹਰਾ ਰਜਨੀ ਰਹਿਣ ਕੇਤ ਮੈਂ, ਬਾਸਰ ਮੈਂ ਉਦਿਆਨ। ਰਾਤ ਨੂੰ ਘਰ ਆਉਂਦੇ ਨੇ ਤੇ ਦਿਨੇ ਸਾਰਾ ਦਿਨ ਸਤਿਗੁਰ ਪਾਤਸ਼ਾਹ ਜੰਗਲ ਵਿੱਚ ਬੰਦਗੀ ਕਰਦੇ ਨੇ, ਸਾਧੂਆਂ ਨੂੰ ਮਿਲਦੇ ਨੇ, ਗੁਰਸਿੱਖਾਂ ਨੂੰ ਮਿਲਦੇ ਨੇ, ਸੱਚ ਦਾ ਉਪਦੇਸ਼ ਕਰਦੇ ਹਨ। ਦਿਵਸ ਬਤਾਏ ਤੈ ਕਛੂ, ਸ਼੍ਰੀ ਨਾਨਕ ਗੁਣ ਖਾਨ। ਇਸੇ ਤਰ੍ਹਾਂ ਦਿਨ ਬੀਤਦੇ ਗਏ, ਰਾਤਾਂ ਬੀਤਦੀਆਂ ਗਈਆਂ। ਚਉਪਈ ਕਬੈ ਬੁਲਾਵੈ ਰਾਏ ਬੁਲਾਰੂ, ਦਰਸ਼ਨ ਬਦਨ ਬਿਲੋਕਤ ਚਾਰੂ। ਕਦੇ ਕਦੇ ਰਾਏ ਬੁਲਾਰ ਜੀ ਦਰਸ਼ਨਾਂ ਦੀ ਪਿਆਸ ਜਦੋਂ ਜ਼ਿਆਦਾ ਵੱਧ ਜਾਂਦੀ ਹੈ ਨਾ, ਫਿਰ ਬੁਲਾ ਲੈਂਦੇ ਨੇ ਨਾਨਕ ਜੀ ਨੂੰ। ਦਰਸ਼ਨਾਂ ਦੀ ਪਿਆਸ ਤਾਂ ਰਹਿੰਦੀ ਹੈ, ਰਾਏ ਬੁਲਾਰ ਜੀ ਦਰਸ਼ਨ ਕਰਦੇ ਰਹਿੰਦੇ ਨੇ, ਪਰ ਜਦੋਂ ਜ਼ਿਆਦਾ ਤੜਪ ਲੱਗ ਜਾਵੇ ਫਿਰ ਗੁਰੂ ਨਾਨਕ ਜੀ ਨੂੰ ਆਪਣੇ ਕੋਲ ਬੁਲਾ ਲੈਂਦੇ ਹਨ। ਭੋਜਨ ਦਿਜ ਤੇ ਰੁਚਿਰ ਕਰਾਵੇ, ਪੁੰਨ ਗੁਣ ਬਿਨੈ ਪਨੈ ਅਚਵਾਵੇ। ਫਿਰ ਬ੍ਰਾਹਮਣ ਤੋਂ ਭੋਜਨ ਤਿਆਰ ਕਰਵਾਉਂਦੇ ਨੇ। ਜਿੱਦਣ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਬੁਲਾਉਂਦੇ ਨੇ ਨਾ, ਉਦਣ ਭੋਜਨ ਕਰਾਏ ਬਿਨਾ ਜਾਣ ਨਹੀਂ ਦਿੰਦੇ ਸਤਿਗੁਰਾਂ ਨੂੰ। ਬੜੇ ਪ੍ਰੇਮ ਨਾਲ ਭੋਜਨ ਕਰਵਾ ਕੇ ਫੇਰ ਭੇਜਦੇ ਹਨ। ਪ੍ਰੇਮ ਬਿਲੋਕ ਰਾਏ ਕੋ ਪੂਰਾ, ਨਹਿ ਸ਼ਰਧਾ ਤੇ ਜੈ ਉਰ ਪੂਰਾ। ਬਹੁਤ ਵੱਡੀ ਸ਼ਰਧਾ ਹੈ ਗੁਰੂ ਨਾਨਕ ਪਾਤਸ਼ਾਹ ਤੇ ਰਾਏ ਬੁਲਾਰ ਜੀ ਨੂੰ। ਪੂਰਾ ਨਹੀਂ ਹੈ, ਘੱਟ ਨਹੀਂ ਹੈ, ਪੂਰਾ ਹੈ ਸ਼ਰਧਾ ਵਿੱਚ। ਵਿਸ਼ਵਾਸ ਹੈ ਕਿ ਇਹ ਨਿਰੰਕਾਰ ਨੇ। ਗੁਰੂ ਨਾਨਕ ਪਾਤਸ਼ਾਹ ਤੇ ਇਸ ਗੱਲ ਦਾ ਭਰੋਸਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਕੱਲ ਤਾਰਨ ਗੁਰੂ ਨਾਨਕ ਆਇਆ, ਕੱਲ ਤਾਰਨ ਗੁਰੂ ਨਾਨਕ ਆਇਆ, ਕੱਲ ਤਾਰਨ ਜੀ ਗੁਰੂ ਨਾਨਕ ਆਇਆ, ਕੱਲ ਤਾਰਨ। ਇਸ ਗੱਲ ਦਾ ਭਰੋਸਾ ਰਾਏ ਬੁਲਾਰ ਜੀ ਨੂੰ ਕਿ ਕਲਯੁਗ ਨੂੰ ਤਾਰਨ ਦੇ ਲਈ ਗੁਰੂ ਨਾਨਕ ਪਾਤਸ਼ਾਹ ਆਏ ਨੇ ਤੇ ਮੇਰਾ ਵੀ ਕਲਿਆਣ ਕਰਨਗੇ। ਸ੍ਰੀ ਗੁਰ ਬਚਨ ਬਹੁ ਰਹਿ ਨਾਹੀ, ਜਬ ਜਬੈ ਬੁਲਾਏ ਨਿਕਟ ਤਬ ਜਾਹੀ। ਸਤਿਗੁਰੂ ਰਾਏ ਬੁਲਾਰ ਜੀ ਦਾ ਬਚਨ ਨਹੀਂ ਮੋੜਦੇ। ਸ਼ਰਧਾ ਹੈ ਨਾ, ਭਰੋਸਾ ਰਾਏ ਬੁਲਾਰ ਜੀ ਨੂੰ। ਜਦੋਂ ਜਦੋਂ ਰਾਏ ਬੁਲਾਰ ਜੀ ਯਾਦ ਕਰਦੇ ਨੇ ਸਤਿਗੁਰ ਪਾਤਸ਼ਾਹ, ਉਦੋਂ ਹੀ ਚਲੇ ਜਾਂਦੇ ਨੇ ਰਾਏ ਬੁਲਾਰ ਜੀ ਦੇ ਕੋਲ। ਕਿਉਂ? ਕਿਉਂਕਿ ਰਾਏ ਬੁਲਾਰ ਜੀ ਗੁਰੂ ਨਾਨਕ ਪਾਤਸ਼ਾਹ ਦੇ ਪਿਆਰੇ ਭਗਤ ਨੇ, ਭਗਤ ਪਿਆਰੇ ਨੇ। ਜਦੋਂ ਵੀ ਯਾਦ ਕਰਦੇ ਨੇ ਉਸੇ ਵੇਲੇ ਚਲੇ ਜਾਂਦੇ ਨੇ। ਦੇਖੋ, ਜਿੱਦਣ ਤੋਂ ਕਥਾ ਆਰੰਭ ਹੋਈ ਹੈ ਨਾ, ਉਸ ਦਿਨ ਤੋਂ ਲੈ ਕੇ ਲਗਭਗ 2.5 ਮਹੀਨੇ ਤਾਂ ਹੋ ਹੀ ਗਏ ਹੋਣੇ ਨੇ। ਇਹਨਾਂ ਮਹੀਨਿਆਂ ਦੇ ਵਿੱਚ ਜ਼ਿਆਦਾਤਰ ਕਥਾ ਜਿਹੜੀ ਹੈ ਉਹ ਰਾਏ ਬੁਲਾਰ ਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ। ਰਾਏ ਬੁਲਾਰ ਜੀ ਦੇ ਆਲੇ ਦੁਆਲੇ, ਕਿਉਂਕਿ ਰਾਏ ਬੁਲਾਰ ਜੀ ਜਾਣਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜਗਤ ਦਾ ਕਲਿਆਣ ਕਰਨ ਵਾਸਤੇ ਆਪ ਅੱਲਾ ਆਇਆ, ਆਪ ਪਰਮਾਤਮਾ ਆਇਆ। ਰਾਏ ਬੁਲਾਰ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਦਾ ਰੂਪ ਸਮਝ ਕੇ ਸੇਵਾ ਵਿੱਚ ਕਰਦੇ ਨੇ, ਸੇਵਾ ਕਰਦੇ ਨੇ, ਨਾਲ ਭੋਜਨ ਛਕਾਉਂਦੇ ਨੇ ਔਰ ਬੜਾ ਸ਼ਰਧਾ, ਵਿਸ਼ਵਾਸ, ਪ੍ਰੇਮ ਗੁਰੂ ਨਾਨਕ ਪਾਤਸ਼ਾਹ ਨਾਲ ਕਰਦੇ ਹਨ। ਲੇਵਨ ਹੇਤ ਗਿਆਨ ਉਪਦੇਸ਼ਾ, ਔਰ ਅਭਿਲਾਖਾ ਅਦਕ ਨਰੇਸ਼ਾ। ਬਹੁਤ ਜ਼ਿਆਦਾ ਰਾਏ ਬੁਲਾਰ ਜੀ ਦੇ ਮਨ ਵਿੱਚ ਇਹ ਅਭਿਲਾਖਾ ਹੈ ਕਿ ਮੈਨੂੰ ਗਿਆਨ ਉਪਦੇਸ਼ ਮਿਲਦਾ ਰਵੇ, ਮਿਲਦਾ ਰਵੇ। ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਆਉਣ, ਉਪਦੇਸ਼ ਕਰਨ ਤੇ ਗਿਆਨ ਦਾ ਉਪਦੇਸ਼ ਹੋਵੇ ਤਾਂ ਕਿ ਮੇਰੇ ਕੰਨਾਂ ਵਿੱਚ ਗਿਆਨ ਪੈਂਦਾ ਰਵੇ।
ਅਗਿਆਨ ਦਾ ਹਨੇਰਾ ਦੂਰ ਹੋ ਜਾਵੇ। ਸਤਿਗੁਰੂ ਤੋਂ ਬਿਨਾ ਕੋਈ ਅਗਿਆਨ ਦਾ ਹਨੇਰਾ ਦੂਰ ਨਹੀਂ ਕਰ ਸਕਦਾ। ਸਤਿਗੁਰੂ ਗਿਆਨ ਦਾ ਦੀਵਾ ਬਾਲ ਦਿੰਦੇ ਨੇ ਤੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਜਦੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਰਾਏ ਬੁਲਾਰ ਜੀ ਕੋਲ ਆਉਂਦੇ ਨੇ, ਸਤ ਉਪਦੇਸ਼ ਕਰਦੇ ਨੇ ਤੇ ਰਾਏ ਬੁਲਾਰ ਜੀ ਹੱਥ ਜੋੜ ਕੇ ਸਰਵਣ ਕਰਦੇ ਨੇ। ਆਪਣੇ ਵਰਗੇ ਨਹੀਂ ਰਾਏ ਬੁਲਾਰ ਜੀ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਉਪਦੇਸ਼ ਸੁਣਿਆ ਉਸ ਉਪਦੇਸ਼ ਨੂੰ ਮੰਨਿਆ ਰਾਏ ਬੁਲਾਰ ਜੀ ਨੇ, ਔਰ ਮੰਨਣ ਕਰਕੇ ਪ੍ਰੈਕਟੀਕਲ ਕੀਤਾ। ਉਹਦੇ ਨਾਲ ਰਾਏ ਬੁਲਾਰ ਜੀ ਦਾ ਕਲਿਆਣ ਹੋਇਆ। ਕਲਿਆਣ ਹੋਇਆ। ਰਾਏ ਬੁਲਾਰ ਜੀ ਸੱਚਖੰਡ ਨੂੰ ਸਤਿਗੁਰ ਪਾਤਸ਼ਾਹ ਲੈ ਗਏ ਨੇ ਰਾਏ ਬੁਲਾਰ ਜੀ ਨੂੰ। ਕਿਉਂ? ਕਿਉਂਕਿ ਰਾਏ ਬੁਲਾਰ ਜੀ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈਂਦਾ ਜਾਏ ਸੀ। ਦਰਗਾਹ ਵਿੱਚ ਥਾਂ ਮਿਲਦੀ ਹੈ ਜਿਹੜੇ ਸਤਿਗੁਰੂ ਦੇ ਬਚਨ ਕਮਾ ਲੈਂਦੇ ਨੇ। ਅਸੀਂ ਸੁਣਦੇ ਜ਼ਰੂਰ ਆ, ਬੜੀ ਚੰਗੀ ਗੱਲ ਹੈ ਕਿ ਅਸੀਂ ਸੁਣਦੇ ਤਾਂ ਹਾਂ, ਆਉਂਦੇ ਤਾਂ ਹਾਂ ਸਤ ਸੰਗਤ ਵਿੱਚ। ਇੱਥੇ ਆ ਕੇ ਸੁਣਨ ਦਾ ਕੰਮ ਕਰੀਏ, ਬੜਾ ਵਧੀਆ। ਕਦੇ ਨਾ ਕਦੇ ਸਤਿਗੁਰਾਂ ਦੇ ਕਿਸੇ ਉਪਦੇਸ਼ ਦਾ ਅਸਰ ਹੋ ਹੀ ਜਾਵੇਗਾ। ਔਰ ਜਿਸ ਦਿਨ ਹੋ ਗਿਆ ਉਸ ਦਿਨ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ। ਸਤਿਗੁਰ ਪਾਤਸ਼ਾਹ ਦੇ ਉਪਦੇਸ਼ ਸੁਣਦੇ ਰਹੀ ਰਾਏ ਬੁਲਾਰ ਜੀ ਹਰ ਵਕਤ ਤਿਆਰ ਰਹਿੰਦੇ ਹਨ। ਬਿਬਦ ਭਾਦ ਕੀ ਕਰੇ ਸੋ ਸੇਵਾ, ਨਿਸ ਦਿਨ ਧਿਆਨ ਧਰੈ ਗੁਰ ਦੇਵਾ। ਵਿਵਿਧ ਭਾਂਤ ਕੀ ਸੇਵਾ, ਅਲੱਗ ਅਲੱਗ ਤਰ੍ਹਾਂ ਦੀ ਸੇਵਾ ਕਰਦੇ ਨੇ। ਇੱਕ ਸੇਵਾ ਨਹੀਂ ਕਰਦੇ ਵੀ ਇਕੱਲੇ ਚਰਨ ਦਵਾ ਦਿੱਤੇ, ਨਹੀਂ। ਚਰਨਾਂ ਦੀ ਸੇਵਾ ਕੀਤੀ, ਫਿਰ ਪੱਖੇ ਦੀ ਸੇਵਾ ਕੀਤੀ, ਫਿਰ ਸਤਿਗੁਰਾਂ ਨੂੰ ਜਲ ਦੀ ਸੇਵਾ ਕੀਤੀ, ਫਿਰ ਸਤਿਗੁਰਾਂ ਨੂੰ ਭੋਜਨ ਦੀ ਸੇਵਾ ਕੀਤੀ। ਅਸੀਂ ਸੇਵਾਵਾਂ ਮੁਕਰਰ ਕਰ ਲਈਆਂ ਵੀ ਮੈਂ ਝਾੜੂ ਲਾਉਣਾ, ਬਸ ਝਾੜੂ ਦੀ ਹੋਈ ਸੇਵਾ ਕਰਨੀ ਹੈ, ਹੋਰ ਨਹੀਂ ਕੋਈ ਕਰਨੀ। ਨਹੀਂ, ਅਨਕ ਭਾਂਤ ਕਰ ਸੇਵਾ ਕਰੀਏ। ਕਿੰਨੇ ਪ੍ਰਕਾਰ ਦੀ ਸੇਵਾ ਹੈ, ਜਿਹੜੀ ਮਰਜ਼ੀ ਕਰ ਲਓ। ਚੌਰ ਸਾਹਿਬ ਦੀ ਸੇਵਾ ਕਰ ਲਓ, ਜੋੜੇ ਝਾੜਨ ਦੀ ਸੇਵਾ ਕਰ ਲਓ, ਦਰੀਆਂ ਸਾਫ਼ ਕਰਨ ਦੀ ਸੇਵਾ ਕਰ ਲਓ, ਚੱਦਰਾਂ ਝਾੜਨ ਦੀ ਸੇਵਾ ਕਰ ਲਓ, ਖਿੜਕੀਆਂ ਦਰਵਾਜ਼ੇ ਸ਼ੀਸ਼ੇ, ਕਿੰਨੀ ਸੇਵਾ ਸਾਧ ਸੰਗਤ, ਬਹੁਤ ਸੇਵਾ ਹੈ। ਇਹ ਨਹੀਂ ਵੀ ਇੱਕ ਤੇ ਆਪਣਾ ਨਾਮ ਲਿਖਾ ਲਿਆ ਵੀ ਇਹੀ ਕਰਨੀ ਹੈ, ਨਾ। ਜੋ ਸਾਹਮਣੇ ਆ ਜਾਏ ਉਹ ਸੇਵਾ ਕਰੀਏ। ਆਯੂ ਬਿਰਦ ਜੈ ਜੀਵਨ ਥੋਰਾ, ਚਹਿਤ ਕੇ ਸਫਲ ਜਨਮ ਹੋਵੇ ਮੋਰਾ। ਚਾਹੁੰਦਾ ਕਿ ਮੇਰਾ ਜਨਮ ਸਫਲ ਹੋ ਜਾਵੇ। ਉਮਰ ਵੱਡੀ ਹੋ ਗਈ ਹੈ, ਸਮਾਂ ਥੋੜਾ ਹੀ ਬਚਿਆ, ਹੁਣ ਬੀਤ ਗਈ ਹੈ ਉਮਰ ਜ਼ਿਆਦਾ ਹੋ ਗਈ, ਹੁਣ ਬਾਕੀ ਕਿੰਨੇ ਸਵਾਸ ਰਹਿ ਗਏ ਪਤਾ ਨਹੀਂ ਰਾਏ ਬੁਲਾਰ ਜੀ ਨੂੰ। ਆਪਾਂ ਵੀ ਕਦੇ ਆਹ ਸੋਚੀਏ ਜਿਹੜੀ ਗੱਲ ਰਾਏ ਬੁਲਾਰ ਜੀ ਨੇ ਸੋਚੀ ਹੈ, ਕਹੀਏ ਆਪਣੇ ਆਪ ਨੂੰ ਬਈ ਉਮਰ ਦੇਖ ਲੈ ਕਿੰਨੀ ਹੋ ਗਈ ਤੇ ਬਾਕੀ ਰਹਿ ਕਿਹੜੀ ਗਈ। ਇਹ ਤਾਂ ਬੋਨਸ ਹੈ, ਹੁਣ ਜਿਹੜਾ ਆਪਾਂ ਜੀ ਰਹੇ ਆ ਇਹ ਬੋਨਸ ਹੈ। ਬਸ ਜਿੰਨਾ ਕੁ ਮਿਲਦਾ ਇਸ ਬੋਨਸ ਦੇ ਵਿੱਚ ਜਪ ਲਈਏ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜਪਣਾ ਕਰੋ, ਰਟਨ ਕਰੋ, ਰੋਜ਼ ਕਰੋ, ਬਿਨਾਂ ਨਾਗਾ ਕਰੋ। ਇੱਕ ਇੱਕ ਸਵਾਸ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਜਾਈਏ। ਰਾਏ ਬੁਲਾਰ ਜੀ ਸੋਚਦੇ ਨੇ ਮਨ ਅੰਦਰ, ਰਾਏ ਬੁਲਾਰਾ ਉਮਰ ਨਿਕਲ ਗਈ ਹੈ, ਬਣਿਆ ਹਾਲੇ ਕੁਛ ਨਹੀਂ। ਭਾਵੇਂ ਬਹੁਤ 6ਵੀਂ ਭੂਮਿਕਾ ਦੇ ਵਿੱਚ ਚੱਲ ਰਹੇ ਨੇ ਰਾਏ ਬੁਲਾਰ ਜੀ, ਪਰ ਹਾਲੇ ਸੋਚਦੇ ਨੇ ਹੋਰ ਗਿਆਨ ਮਿਲ ਜਾਵੇ, ਹੋਰ ਗਿਆਨ ਮਿਲ ਜਾਵੇ। ਅਸ਼ਟ ਜਾਮ ਮਨ ਮੈਂ ਲਿਵ ਲਾਗੀ, ਸ਼੍ਰੀ ਗੁਰੂ ਚਰਨ ਕਮਲ ਅਨੁਰਾਗੀ। ਅੱਠੇ ਪਹਿਰ ਸਤਿਗੁਰਾਂ ਦੇ ਚਰਨਾਂ ਵਿੱਚ ਰਾਏ ਬੁਲਾਰ ਦੀ ਲਿਵ ਲੱਗੀ ਹੋਈ ਹੈ। ਦੇਖੋ ਜਿਹਨੇ ਪਾਰ ਨਿਕਲਣਾ ਨਾ,
ਉਹ ਸਮਾਂ ਨਹੀਂ ਬਰਬਾਦ ਕਰਦੇ। ਜਿਹਨੇ ਪਾਰ ਨਿਕਲਣਾ, ਜਿਹਨੇ ਮਿੱਥ ਲਿਆ ਵੀ ਮੈਂ ਐਸੇ ਜਨਮ 'ਚ ਇਸ ਸਾਗਰ ਤੋਂ ਪਰੇ ਨਿਕਲ ਜਾਣਾ, ਮੈਂ ਦੁਬਾਰਾ ਜਨਮ ਨਹੀਂ ਲੈਣਾ, ਉਹ ਤਾਂ ਲੱਗ ਜਾਂਦੇ ਨੇ ਜੀ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨ। ਜਿਨ੍ਹਾਂ ਨੇ ਇਹ ਸੋਚ ਲਿਆ ਵੀ ਚੱਲ ਕੋਈ ਨਹੀਂ, ਅਗਲੇ ਜਨਮ ਕਰ ਲਵਾਂਗੇ, ਅਗਲੇ ਜਨਮ ਕਰ ਲਵਾਂਗੇ, ਪਤਾ ਹੈ ਅਗਲਾ ਜਨਮ ਕਾਹਦਾ ਮਿਲਣਾ? ਪਤਾ ਹੀ ਕੋਈ ਨਹੀਂਗਾ। ਰਿਸ਼ੀ ਜੜ ਭਰਤ ਹੋਏ ਨੇ, ਜੜ ਭਰਤ ਜੀ ਬਿਲਕੁਲ ਮੁਕਤੀ ਦੇ ਦਰਵਾਜ਼ੇ ਤੇ ਪਹੁੰਚ ਗਏ ਵੀ ਫੇਰ ਜਨਮ ਨਹੀਂ ਲੈਣਾ, ਬਿਲਕੁਲ ਮੁਕਤੀ ਤੱਕ ਪਹੁੰਚ ਗਏ। ਇੱਕ ਹਿਰਨੀ ਉਹਨਾਂ ਦੇ ਦਰਵਾਜ਼ੇ ਦੇ ਲਾਗੇ ਆ ਕੇ ਗਿਰ ਗਈ ਤੇ ਸੂ ਪਈ ਤੇ ਉਹਨੇ ਇੱਕ ਬੱਚਾ ਦਿੱਤਾ। ਹਿਰਨੀ ਮਰ ਗਈ, ਜੜ ਭਰਤ ਜੀ ਨੇ ਬੱਚਾ ਸੰਭਾਲ ਲਿਆ ਤੇ ਉਹਨੂੰ ਪਾਲਣ ਲੱਗੇ। ਹਾਲਾਂਕਿ ਰਿਸ਼ੀ ਨੇ ਔਰ ਮੁਕਤੀ ਦੇ ਬਿਲਕੁਲ ਨੇੜੇ ਖੜੇ ਨੇ। ਜੜ ਭਰਤ ਜੀ ਨੇ ਉਸ ਬੱਚੇ ਦੇ, ਹਿਰਨੀ ਦੇ ਬੱਚੇ ਨੂੰ ਪਾਲਿਆ, ਵੱਡਾ ਹੋ ਗਿਆ। ਇੱਧਰ ਹੁਣ 24 ਘੰਟੇ ਬੱਚੇ ਦਾ ਧਿਆਨ ਸ਼ੁਰੂ ਹੋ ਗਿਆ ਵੀ ਕਿੱਧਰ ਚਲਿਆ ਗਿਆ, ਕਿਤੇ ਸ਼ੇਰ ਨਾ ਖਾ ਜਾਵੇ, ਕੋਈ ਜਾਨਵਰ ਨਾ ਮਾਰ ਦੇਵੇ। ਧਿਆਨ ਰੱਖਦੇ ਆ ਉਹਦਾ, ਖਾਣਾ ਦਿੰਦੇ ਨੇ ਉਹਨੂੰ, ਘਾਹ ਫੂਸ ਚਰਾਉਂਦੇ ਨੇ, ਸਭ ਕੁਝ ਕਰਦੇ ਨੇ। ਔਰ ਜਦੋਂ ਅੰਤਲਾ ਸਮਾਂ ਆਇਆ ਤੇ ਧਿਆਨ ਹਿਰਨੀ ਦੇ ਬੱਚੇ ਵਿੱਚ ਰਹਿ ਗਿਆ। ਬਸ ਬਣਿਆ ਕੀ, ਅਗਲਾ ਜਨਮ ਹਿਰਨ ਦਾ ਮਿਲ ਗਿਆ। ਜਦੋਂ ਕਿ ਮੁਕਤ ਹੋ ਜਾਣਾ ਸੀ, ਅਗਲਾ ਜਨਮ ਹਿਰਨ ਦਾ ਮਿਲ ਗਿਆ। ਸਾਧ ਸੰਗਤ, ਇਹ ਨਾ ਕਹੋ ਕਿ ਬੰਦਗੀ ਕਰਨ ਵਾਲੇ ਨਿਕਲੇ ਹੀ ਜਾਂਦੇ ਨੇ, ਏਦਾਂ ਫਸ ਵੀ ਜਾਂਦੇ ਨੇ। ਹਿਰਨ ਦਾ ਜਨਮ ਮਿਲ ਗਿਆ। ਸਾਧ ਸੰਗਤ, ਆਪਣਾ ਕੀ ਬਣੂਗਾ? ਮੈਂ ਤਾਂ ਕਦੇ ਜਪਿਆ ਹੀ ਨਹੀਂ, ਕਦੇ ਬੈਠੇ ਹੀ ਨਹੀਂ 4 ਘੰਟੇ, ਕਦੇ 6 ਘੰਟੇ ਲਾਏ ਹੀ ਨਹੀਂ, ਨਾਮ ਚੱਲਿਆ ਕੋਈ ਨਹੀਂ, ਤੇ ਕਰਾਂਗੇ ਕੀ ਆਪਾਂ? ਤੇ ਅਗਲਾ ਜਨਮ ਕੀ ਮਿਲੂਗਾ ਪਤਾ ਕੋਈ ਨਹੀਂ। ਇਸ ਲਈ ਜਿਹਨੇ ਜਿਹਨੇ ਪਾਰ ਨਿਕਲਣਾ ਨਾ, ਪੱਕਾ ਕਰ ਲਓ ਕਿ ਨਾਮ ਮੇਰੇ ਅੰਦਰ ਏਦਾਂ ਚੱਲ ਪਵੇ, ਆਪਣੇ ਆਪ ਹੀ ਧਿਆਨ ਨਾਮ ਵਿੱਚ ਲੱਗ ਜਾਵੇ, ਆਪਣੇ ਆਪ ਇਹ ਧਿਆਨ ਜੁੜਦਾ ਰਵੇ, ਆਪਣੇ ਆਪ ਜੁੜਦਾ ਰਵੇ। ਇੱਧਰ ਰਾਏ ਬੁਲਾਰ ਜੀ ਸੋਚਦੇ ਨੇ, ਗੁਰੂ ਨਾਨਕ ਪਾਤਸ਼ਾਹ ਮੈਨੂੰ ਉਪਦੇਸ਼ ਕਰਨ ਤਾਂ ਕਿ ਮੈਂ ਭਵ ਸਾਗਰ ਤੋਂ ਪਾਰ ਹੋ ਜਾਵਾਂ। ਇੱਕ ਬਾਸੁਰ ਨਰ ਪਠ ਅਵਨੀਪਾ, ਕਮਲ ਬਦਨ ਬੁਲਵਾਏ ਸਮੀਪਾ। ਇੱਕ ਦਿਨ ਰਾਏ ਬੁਲਾਰ ਜੀ ਬਹੁਤੇ ਬੈਰਾਗੀ ਹੋ ਗਏ। ਇੱਕ ਮਨੁੱਖ ਨੂੰ ਭੇਜਿਆ, ਜਾਓ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੁਲਾ ਕੇ ਲਿਆਓ। ਤੈ ਕਰ ਬੰਦੇ ਬਿਨੈ ਬਖਾਨੀ, ਦੀਨ ਦਿਆਲ ਦਾਸਨ ਗਤ ਦਾਨੀ। ਗੁਰੂ ਨਾਨਕ ਪਾਤਸ਼ਾਹ ਆਏ, ਵਿਰਾਜਮਾਨ ਹੋਏ, ਹੱਥ ਜੋੜ ਕੇ ਰਾਏ ਬੁਲਾਰ ਨੇ ਬੇਨਤੀ ਕੀਤੀ, ਹੇ ਦੁੱਖਾਂ ਨੂੰ ਕੱਟਣ ਵਾਲੇ, ਹੇ ਦੀਨਾ ਦੇ ਨਾਥ ਸਤਿਗੁਰੂ ਜੀ, ਮਮ ਸਰੂਪ ਕੋ ਦੇਹੋ ਬੁਝਾਈ, ਭੂਲ ਰਿਓ ਜੇ ਸੁਧ ਨਹਿ ਕਾਈ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਕੀ ਬੇਨਤੀ ਕੀਤੀ ਰਾਏ ਬੁਲਾਰ ਨੇ? ਮਮ ਸਰੂਪ ਕੋ ਦੇਹੋ ਬੁਝਾਈ, ਮੈਨੂੰ ਮੇਰੇ ਸਰੂਪ ਦਾ ਗਿਆਨ ਕਰਵਾ ਦਿਓ। ਸੱਚੇ ਪਾਤਸ਼ਾਹ, ਮੈਂ ਭੁੱਲ ਗਿਆ ਮੈਂ ਕੌਣ ਹਾਂ। ਇੱਕ ਵਾਰੀ ਸਾਰੇ ਆਖੋ ਤਾਂ ਜੀ, ਮੈਂ ਕੌਣ ਹਾਂ। ਫੇਰ ਆਖੋ ਮੈਂ। ਆ 3 ਸ਼ਬਦ ਨੇ, ਇੱਕ ਮੈਂ, ਇੱਕ ਕੌਣ ਤੇ ਇੱਕ ਹਾਂ। ਇਹ 3 ਸ਼ਬਦ ਸਾਰੀ ਜ਼ਿੰਦਗੀ 'ਚ ਹੱਲ ਨਹੀਂ ਹੁੰਦੇ। ਆ ਸਵਾਲ ਨਹੀਂ ਹੱਲ ਹੁੰਦਾ, ਮੈਂ ਕੌਣ ਹਾਂ। ਦੇਖੋ ਰਾਏ ਬੁਲਾਰ ਜੀ ਨੇ ਸਵਾਲ ਕੀਤਾ ਗੁਰੂ ਨਾਨਕ ਪਾਤਸ਼ਾਹ ਨੂੰ, ਸੱਚੇ ਪਾਤਸ਼ਾਹ ਮੇਰੇ ਸਰੂਪ ਦੀ ਮੈਨੂੰ ਜਾਣਕਾਰੀ ਕਰਾਓ। ਮੇਰਾ ਨਿਜ ਸਰੂਪ ਹੈ ਕੀ? ਮੈਂ ਕੌਣ ਆ? ਮੈਂ ਜਨਮਾਂ ਜਨਮਾਂ ਦਾ ਭਟਕਦਾ ਆ ਰਿਹਾ ਤੇ ਮੈਂ
ਐ ਸੰਸਾਰ ਦੀ ਮੋਹ ਮਾਇਆ ਦੇ ਚੱਕਰ 'ਚ ਪੈ ਕੇ ਭੁੱਲ ਗਿਆ ਕਿ ਮੈਂ ਕੌਣ ਹਾਂ। ਬੋਲਿਆ ਕਰੋ ਜੀ। ਰਾਏ ਬੁਲਾਰ ਜੀ ਕਹਿੰਦੇ ਸਤਿਗੁਰੂ ਜੀ ਮੈਂ ਭੁੱਲ ਗਿਆ ਕਿ ਮੈਂ, ਆਪਾਂ ਨੂੰ ਚੇਤੇ ਹੈ ਵੀ ਮੈਂ ਕੌਣ ਆ? ਕਿਸੇ ਨੂੰ ਹੈ ਚੇਤੇ? ਹੱਥ ਖੜਾ ਕਰੋ ਜਿਹਨੂੰ ਚੇਤੇ ਹੈ ਕਿ ਮੈਂ ਕੌਣ ਆ। ਆਪਾਂ ਨੂੰ ਤਾਂ ਇੰਨਾ ਚੇਤੇ ਹੈ ਵੀ ਮੈਂ ਇੰਦਰਪਾਲ ਸਿੰਘ ਆ, ਮੈਂ ਹਰਬੰਸ ਕੌਰ ਆ, ਮੈਂ ਦਿਆ ਸਿੰਘ ਆ। ਆਹੀ ਯਾਦ ਹੈ ਨਾ। ਇਹ ਤਾਂ ਇਹ ਬਾਡੀ ਦਾ ਨਾਮ ਹੈ। ਆ ਜਿਹੜੀ ਦੇਹ ਹੈ ਨਾ, ਪਿੰਜਰਾ, ਇਹਦਾ ਨਾਮ ਹੈ ਰੱਖਿਆ ਹੋਇਆ। ਇਸ ਰੂਪ ਦਾ ਨਾਮ ਰੱਖਿਆ, ਇਹਨੂੰ ਕਹਿੰਦੇ ਨੇ ਨਾਮ ਰੂਪ। ਇਸ ਰੂਪ ਦਾ ਨਾਮ ਰੱਖ ਦਿੱਤਾ ਗਿਆਨ ਸਿੰਘ। ਇਸ ਸਰੂਪ ਦਾ ਨਾਮ ਕੀ ਰੱਖਤਾ? ਗਿਆਨ ਸਿੰਘ। ਵੈਸੇ ਰੱਖਤਾ, ਮਾਂ ਬਾਪ ਨੇ ਕਿਹਾ ਬੁਲਾਉਣਾ ਤਾਂ ਹੈਗਾ, ਕੋਈ ਇੱਕ ਨਾਮ ਤਾਂ ਰੱਖ ਦਈਏ ਇਹਦਾ। ਉਹਨਾਂ ਨੇ ਕਿਸੇ ਪਰੰਪਰਾ ਅਨੁਸਾਰ ਨਾਮ ਰੱਖਤਾ ਵੀ ਇਹਦਾ ਨਾਮ ਦਿਆ ਸਿੰਘ ਹੈ, ਤੇ ਜੇ ਲੜਕੀ ਹੋ ਗਈ ਤੇ ਇਹਦਾ ਨਾਮ ਈਸ਼ਵਰ ਕੌਰ ਹੈ, ਰੱਖ ਦਿੱਤਾ। ਇਹ ਤਾਂ ਸਰੀਰ ਦਾ ਨਾਮ ਹੈ। ਜੇ ਪੁੱਛੀਏ ਵੀ ਤੂੰ ਕੌਣ ਹੈ, ਇਹ ਸਵਾਲ ਆਪਣੇ ਤੇ ਖੜਾ ਹੈ, ਮੈਂ ਕੌਣ ਆ। ਔਰ ਇਹ ਮਸਲਾ ਹੱਲ ਕਰਨ ਦੇ ਲਈ ਇਸ ਸੰਸਾਰ ਤੇ ਆਪਾਂ ਪੈਦਾ ਹੋਏ ਆ। ਇਸ ਸੰਸਾਰ ਤੇ ਆਏ ਕਿਹੜੇ ਕੰਮ ਲਈ? ਗੋਬਿੰਦ ਮਿਲਣ ਕੀ। ਇਹ ਤੇਰੀ ਆ ਹੈ ਟਾਰਗੇਟ, ਇਹ ਨਿਸ਼ਾਨਾ ਹੈ ਗੋਬਿੰਦ ਨੂੰ ਮਿਲਣ ਦਾ। ਤੇ ਇਹਦੇ ਵਿੱਚ ਇੱਕ ਸਵਾਲ ਹੈ ਕਿ ਮੈਂ ਕੌਣ ਆ, ਮੈਂ ਕੌਣ ਆ। ਰਾਏ ਬੁਲਾਰ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕਰਤਾ, ਸਤਿਗੁਰੂ ਜੀ ਮੈਨੂੰ ਮੇਰੇ ਸਰੂਪ ਦਾ ਗਿਆਨ ਕਰਾਓ, ਮੈਂ ਕੌਣ ਆ, ਮੈਂ ਕੌਣ ਆ। ਬਈ ਆਪਾਂ ਵੀ ਸੁਣੋ, ਔਰ ਬਹੁਤ ਧਿਆਨ ਨਾਲ ਸੁਣਿਓ। ਜਾਇਓ ਨਾ ਕਿਸੇ ਪਾਸੇ, ਮਨ ਨੂੰ ਭਜਾਇਓ ਨਾ। ਇੱਥੇ ਹੀ ਰੱਖੋਗੇ ਤੇ ਫਿਰ ਸਮਝ ਆ ਜਾਊਗਾ, ਨਹੀਂ ਤੇ ਉੱਪਰੋਂ ਨਿਕਲ ਜਾਣਾ ਸਾਰਾ। ਮਸਲਾ ਗਹਿਰਾ ਹੈ, ਬੜਾ ਬਰੀਕ ਮਸਲਾ ਹੈ, ਸੁਣਨ ਵਾਲਾ ਹੈ। ਕਥਾ ਬੜੀ ਅੰਮ੍ਰਿਤ ਪਈ ਹੈ ਤੇ ਸੁਣਨੀ ਹੈ ਸਾਧ ਸੰਗਤ। ਸਤਿਗੁਰਾਂ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਦੱਸਣਾ ਕਰੋ ਮੈਂ ਕੌਣ ਹਾਂ। ਕੋ ਮੈਂ ਹੂੰ ਕਛ ਜਾਏ ਨਾ ਜਾਨਾ। ਮੈਂ ਕੌਣ ਆ, ਮੇਤੋਂ ਜਾਣਿਆ ਹੀ ਨਹੀਂ ਜਾਂਦਾ। ਸਤਿਗੁਰੂ ਜੀ ਮੇਰੇ ਕੋਲੋਂ ਬੁੱਝਿਆ ਨਹੀਂ ਜਾਂਦਾ ਮੈਂ ਕੌਣ ਹਾਂ। ਵੱਡਿਓ ਵਸ਼ੇਕ ਹਿਰਦੈ ਅਗਿਆਨਾ। ਮੇਰੇ ਅੰਦਰ ਅਗਿਆਨ ਭਰਿਆ ਹੋਇਆ। ਹਾਲਾਂਕਿ ਰਾਏ ਬੁਲਾਰ ਜੀ ਨੂੰ ਬਹੁਤ ਗਿਆਨ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਾਇਆ, ਫੇਰ ਵੀ ਆਪਣੇ ਆਪ ਨੂੰ ਅਗਿਆਨੀ ਕਹਿੰਦੇ ਨੇ। ਤੇ ਸੱਚਾਈ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਅਕਲਮੰਦ ਕਹਿੰਦੇ ਆ। ਅਸੀਂ ਕਹਿੰਦੇ ਆ ਮੇਰੇ ਵਰਗਾ ਅਕਲਮੰਦ ਹੋਰ ਕੋਈ ਹੈ ਹੀ ਨਹੀਂਗਾ। ਮੈਂ ਆਪਣੇ ਆਪ ਨੂੰ ਜ਼ਿਆਦਾ ਸਮਝਦਾ, ਤੁਸੀਂ ਆਪਣੇ ਆਪ ਨੂੰ ਸਮਝਦੇ ਹੋ। ਕੋਈ ਕਹੂਗਾ ਮੈਂ ਅਗਿਆਨੀ ਆ? ਨਾ, ਮੈਨੂੰ ਜ਼ਿਆਦਾ ਹੈ, ਮੈਨੂੰ ਅਕਲ ਜ਼ਿਆਦਾ ਹੈ। ਉਹਨੂੰ ਕੀ ਅਕਲ ਹੈ? ਮੈਨੂੰ ਜਿੰਨੀ ਅਕਲ ਹੈਗੀ ਆ। ਅਸੀਂ ਕੰਪੀਟੀਸ਼ਨ, ਆਪਣੀ ਅਕਲ ਦਾ ਕੰਪੀਟੀਸ਼ਨ ਕਰਦੇ ਆ, ਦਿਖਾਵਾ ਕਰਦੇ ਆ। ਰਾਏ ਬੁਲਾਰ ਜੀ ਗਿਆਨ ਦੇ ਹੁੰਦਿਆਂ ਹੋਇਆਂ ਨਿਮਰਤਾ ਵਿੱਚ ਕਹਿ ਰਹੇ ਨੇ, ਸੱਚੇ ਪਾਤਸ਼ਾਹ ਮੈਂ ਅਗਿਆਨੀ ਹਾਂ। ਸਮਤ ਕਹਿਤ ਤਮਸਾ ਅਗਿਆਨਾ। ਮੈਨੂੰ ਅਗਿਆਨ ਹੈ, ਮੈਨੂੰ ਮਤ ਨਹੀਂ ਹੈ। ਮੈਂ ਨਹਿ ਜਾਣੋ ਤਾਹੇ ਸਮਾਨਾ। ਸੱਚੇ ਪਾਤਸ਼ਾਹ ਮੈਂ ਆਪਣੇ ਆਪ ਬਾਰੇ ਜਾਣਦਾ ਨਹੀਂ ਹਾਂ। ਤਿਮਰ ਵਿਖੈ ਤਨ ਸੁਧ ਸਭ ਭਾਨੇ। ਅਨੰਤ ਪਦਾਰਥ ਜਾਏ ਨਾ ਜਾਣੇ। ਸੱਚੇ ਪਾਤਸ਼ਾਹ ਬਹੁਤ ਕੁਝ ਹੈ ਜਿਹੜਾ ਜਾਣਨ ਵਾਲਾ ਹੈ, ਪਰ ਮੇਤੋਂ ਜਾਣਿਆ ਨਹੀਂ ਗਿਆ। ਸੁਧ ਆਗਿਆ ਨੇ ਸਰਬ ਗਵਾਈ। ਆਪਨੋ ਆਪ ਨਾ ਜਾਣਿਓ ਜਾਈ। ਮੈਂ ਸੁਧ ਬੁੱਧ ਵਿਸਰ ਗਈ ਮੇਰੀ ਸੱਚੇ ਪਾਤਸ਼ਾਹ, ਆਪਣਾ ਆਪ ਨਹੀਂ ਜਾਣਿਆ ਗਿਆ। ਬਾਕੀ ਸਭ ਕੁਝ ਜਾਣਿਆ ਆਪਾਂ ਨੇ, ਸਭ ਕੁਝ ਪਤਾ ਹੈ। ਘਰ ਕਿਵੇਂ ਬਣਾਉਣਾ, ਸਮਾਨ ਕਿੱਥੋਂ ਲੈ ਕੇ ਆਉਣਾ, ਆਟਾ ਕੀ ਭਾਅ ਮਿਲਦਾ, ਰੋਟੀ ਕਿਵੇਂ ਬਣਾਉਣੀ ਹੈ, ਕਣਕ ਕਿਵੇਂ ਬੀਜਣੀ ਹੈ, ਸਾਰਾ ਗਿਆਨ ਹੈ।
पर यह ज्ञान नहीं कि मैं कौन हाँ। अपने आप दा ज्ञान नहीं है, बिल्कुल नहीं है। अपने आप बारे पता ही नहीं गा। बस एक शरीर चक्या होया ते इनू अकलमंद समझ के तुरी फिरदे आ। दूजियां नू अपनी अकल दा असी दिखावा करदे आ। मेरे कोलों पुछना सी, मैं दसदा ये काम किवें करना है। क्यों बई तेनू ज्यादा पता है? हाँ कहंदा मैनू ज्यादा पता है क्योंकि मैं अकलमंद हाँ। इधर राय बुलार जी कहते सच्चे पातशाह मैं सब कुछ कर लिया, मेरी देह हार गई, हुण मैं थक हार गया, पर अपने आप नू जानिया नहीं। या ते तम जो सामने ताके सर्ब जीव दुखिया बस जाके। सच्चे पातशाह मैनू तां इउं लगदा सारा संसार ही दुखी है। कादे करके? सारे संसार नू नहीं पता कि मैं पता है जी, पता है अपने आप नू मैं कौन हाँ? किसे नू नहीं पता। मैं भी अपने आप नू अपना ही नाम लेना भी मैं इंद्रपाल हाँ, पर जेड़ा आ बिच बोल रहा है ਇਹਦਾ कोई नाम हैगा? ਇਹਦਾ कोई नाम नहीं है। जिदन ਇਹ निकल गया ना बिचों, ਜਿਹੜਾ बोलदा चलदा खांदा पींदा सब कुछ करदा, जिदन ਇਹ निकल गया उदण आ इंद्रपाल दी देह उत्थे ही पई होनी है। तुसीं की कहना? इंद्रपाल पूरा हो गया ते ਉਹ ਤਾਂ ਉੱਥੇ ही पिया, ਉਹ ਤਾਂ ਉੱਥੇ ही पिया। ਜਿਹੜੇ ਸਰੀਰ ਦਾ ਨਾਂ ਰੱਖਿਆ ਸੀ ਉਹ ਸਰੀਰ ਤਾਂ ਪਿਆ, पर ਜਿਹੜਾ ਵਿੱਚ ਸੀ ਉਹ ਚਲਿਆ ਗਿਆ। ਔਰ ਵਿੱਚ ਵਾਲੇ ਦਾ ਕੋਈ ਨਾਂ ਨਹੀਂ ਹੈ। ਜਿਹੜਾ ਵਿੱਚ ਬੋਲ ਰਿਹਾ ਉਹਦੀ ਕੋਈ ਜਾਤ ਨਹੀਂ ਹੈ। ਜਿਹੜਾ ਵਿੱਚ ਬੋਲ ਰਿਹਾ ਉਹਦਾ ਕੋਈ ਗੋਤ ਨਹੀਂ, ਕੋਈ ਕੁੱਲ ਨਹੀਂ, ਕੁਛ ਨਹੀਂ ਹੈ ਉਹਦਾ। ਨਾ ਉਹਦੀ ਮਾਂ, ਨਾ ਬਾਪ, ਨਾ ਭੈਣ, ਨਾ ਭਰਾ, ਕੋਈ ਰਿਸ਼ਤੇਦਾਰ ਨਹੀਂ ਹੈ। ਉਹਨੂੰ ਅਸੀਂ ਜਾਣਦੇ ਨਹੀਂ। ਉਹ ਹੈ ਜੀ ਨਿਜ ਸਰੂਪ। ਕੀ ਹੈ? ਮੈਂ ਕੌਣ ਹਾਂ। ਚਲੋ ਸੱਚੇ ਪਾਤਸ਼ਾਹ ਦੱਸਣਗੇ ਹੌਲੀ ਹੌਲੀ ਕਰਕੇ। ਆਪਾਂ ਨੇ ਬਸ ਧਿਆਨ ਨਾਲ ਸੁਣਨਾ ਹੀ ਹੈ ਸਾਧ ਸੰਗਤ। ਫਿਰ ਜੇ ਪ੍ਰੈਕਟੀਕਲ ਹੋ ਜਵੇ ਨਾਲ ਨਾਲ ਤੇ ਬਹੁਤ ਵਧੀਆ। ਸੱਚੇ ਪਾਤਸ਼ਾਹ ਰਾਏ ਬੁਲਾਰ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਲੱਗਦਾ ਸਾਰਾ ਸੰਸਾਰ ਹੀ ਦੁਖੀ ਹੈ। ਉਪਦੇਸ਼ਕ ਪ੍ਰਭ ਤੋਹੇ ਸਮਾਨਾ ਅਵਨੀ ਵਿਖੈ ਨਾ ਜਾਨੋ ਆਨਾ। ਸੱਚੇ ਪਾਤਸ਼ਾਹ ਮੇਰੇ ਵਰਗਾ ਕੋਈ ਮੂਰਖ ਨਹੀਂ ਤੇ ਤੁਹਾਡੇ ਵਰਗਾ ਕੋਈ ਉਪਦੇਸ਼ ਕਰਨ ਵਾਲਾ ਨਹੀਂ ਹੈ। ਦੇਖੋ ਰਾਏ ਬੁਲਾਰ ਜੀ ਕਿੰਨੀ ਉੱਚੀ ਅਵਸਥਾ ਦੇ ਮਾਲਕ ਨੇ, ਫੇਰ ਵੀ ਆਪਣੇ ਆਪ ਨੂੰ ਕਹਿੰਦੇ ਨੇ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਸੱਚੇ ਪਾਤਸ਼ਾਹ ਮੈਂ ਮੂਰਖ ਹਾਂ, ਮੈਂ ਔਗਣ ਹਾਰਾਂ, ਮੇਰੇ ਵਿੱਚ ਕੋਈ ਗੁਣ ਨਹੀਂ ਹੈ, ਮੈਂ ਮੂਰਖ ਹਾਂ ਤੇ ਤੁਹਾਡੇ ਵਰਗਾ ਕੋਈ ਉਪਦੇਸ਼ਕ ਨਹੀਂ ਹੈ। ਤੁਸੀਂ ਸਭ ਤੋਂ ਵੱਡੇ ਉਪਦੇਸ਼ ਕਰਨ ਵਾਲੇ ਹੋ। ਕਿਰਪਾ ਸਿੰਧ ਕਰਨਾ ਅਬ ਕੀਜੈ ਮਮ ਸਰੂਪ ਸਮਝਾਏ ਸੋ ਦੀਜੈ। हे ਕਿਰਪਾ ਸਿੰਧ ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਮੇਰੇ ਸਰੂਪ ਬਾਰੇ ਜਾਣਕਾਰੀ ਦਿਓ, ਦੋ ਗਿਆਨ ਮੈਨੂੰ ਪਤਾ ਲੱਗੇ ਮੈਂ ਕੌਣ ਹਾਂ। ਤੁਮ ਕਰਨਾ ਤੇ ਮੁਝ ਜਗਿਆਸਾ ਵਧੀਰ ਦੇ ਮੈਂ ਅਦਕ ਪਿਆਸਾ। ਤੁਹਾਡੀ ਕਰਨਾ ਹੋਵੇ ਤੇ ਮੇਰੇ ਹਿਰਦੇ ਵਿੱਚ ਬਹੁਤ ਪਿਆਸ ਲੱਗੀ ਹੈ। ਲੱਖ ਅਧਿਕਾਰ ਗਿਆਨ ਕੋ ਦਾਨਾ ਦੇ ਕਰ ਕਰੋ ਮੋਰ ਕਲਿਆਣਾ। ਮੇਰਾ ਕਲਿਆਣ ਕਰੋ ਅਧਿਕਾਰੀ ਜਾਣ ਕੇ ਕਿ ਇਹ ਗਿਆਨ ਦੇ ਅਧਿਕਾਰੀ ਨੇ, ਚਲੋ ਇਹਨਾਂ ਨੂੰ ਗਿਆਨ ਦਈਏ। ਸੱਚੇ ਪਾਤਸ਼ਾਹ ਕਰੋ ਕਿਰਪਾ, ਮੈਨੂੰ ਅਧਿਕਾਰੀ ਜਾਣ ਕੇ ਗਿਆਨ ਬਖਸ਼ਿਸ਼ ਕਰੋ। ਅਸ ਪ੍ਰਕਾਰ ਕੀ ਸੁਨ ਕਰ ਬਾਨੀ ਬਿਨੈ ਦੀਨਤਾ ਮੈਂ ਜੋ ਸਾਨੀ। ਦੀਨਨ ਵਾਲੀ ਭਾਵ ਗਰੀਬੀ ਵਾਲੀ ਬਾਣੀ ਸੁਣ ਕੇ, ਨਿਮਰਤਾ ਵਾਲੇ ਬੋਲ ਸੁਣ ਕੇ। ਦੇਨ ਗਿਆਨ ਕੀ ਮਤ ਤਹਿ ਤਾਈ ਉਦਤ ਭਏ ਸ਼੍ਰੀ ਗੁਰ ਜਗ ਸਾਈ। ਇੱਕ ਵਾਰੀ ਆਖੋ ਸਤਨਾਮ ਸ੍ਰੀ। ਉਹਨੂੰ ਗਿਆਨ ਦੀ ਮੱਤ ਦੇਣ ਵਾਸਤੇ ਸਤਿਗੁਰ ਪਾਤਸ਼ਾਹ ਤਿਆਰ ਹੋ ਗਏ।
ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਬਾਬਾ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਬਾਬਾ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਹਾਂਜੀ। ਸ੍ਰੀ ਵਾਲਭ ਸੁੰਦਰ ਵਾਚ ਚੌਪਈ। ਸੁਨਤ ਬੇਨਤੀ ਕਰੀ ਜੋ ਰਾਓ, ਬੋਲੇ ਸ੍ਰੀ ਗੁਰ ਮਿਰਦਲ ਸੁਭਾਓ। ਜਦੋਂ ਬੇਨਤੀ ਸੁਣੀ ਰਾਏ ਬੁਲਾਰ ਜੀ ਦੀ, ਕੀ ਬੇਨਤੀ ਕੀਤੀ ਜੀ ਰਾਏ ਬੁਲਾਰ ਨੇ? ਸੱਚੇ ਪਾਤਸ਼ਾਹ ਮੈਨੂੰ ਦੱਸੋ ਮੈਂ ਕੌਣ ਆ, ਮੇਰਾ ਸਰੂਪ ਕੀ ਹੈ, ਮੇਰਾ ਅੰਦਰਲਾ ਸਰੂਪ ਕੀ ਹੈ, ਕਰੋ ਕਿਰਪਾ ਦੱਸੋ। ਤੇ ਸਤਿਗੁਰ ਪਾਤਸ਼ਾਹ ਹੁਣ ਦਿਆਲ ਹੋਏ ਹਨ। ਓ ਭੂਪਤ ਤੁਮ ਆਪਨ ਹੰਤਾ, ਕਹਿ ਮੈਂ ਧਰੀ ਕਹੋ ਬਿਰਤੰਤਾ। ਹੇ ਰਾਜਨ, ਸਤਿਗੁਰ ਪਾਤਸ਼ਾਹ ਲਓ ਜੀ ਉਪਦੇਸ਼ ਕਰਨ ਲੱਗੇ ਨੇ, ਪਿਆਰ ਨਾਲ ਸੁਣਿਓ। ਹੇ ਰਾਜਨ, ਪਹਿਲਾਂ ਇਹ ਦੱਸ ਤੂੰ ਆਪਣੀ ਹੰਤਾ ਕਿੱਥੇ ਰੱਖੀ ਹੈ? ਭਾਵ ਤੇਰਾ ਜਿਹੜਾ ਅਹੰ ਹੈ ਨਾ, ਹੰਕਾਰ, ਉਹ ਕਿੱਥੇ ਕਿੱਥੇ ਹੈ? ਤੁਰਕ ਜਨਮ ਮਮ ਦੀਨ ਦਿਆਲਾ, ਆਰ ਬਲਾ ਬਿਰਦ ਮਮ ਸਿਤ ਬਾਲਾ। ਸੱਚੇ ਪਾਤਸ਼ਾਹ, ਮੇਰਾ ਜਨਮ ਤੁਰਕਾਂ ਦੇ ਘਰ ਹੋਇਆ, ਮੈਂ ਮੁਸਲਮਾਨ ਆ, ਮੈਂ ਇਸ ਗੱਲ ਦਾ ਵੀ ਹੰਕਾਰ ਕਰਦਾ ਵੀ ਮੈਂ ਮੁਸਲਮਾਨ ਆ। ਆਪਾਂ ਨਹੀਂ ਕਰਦੇ, ਅਸੀਂ ਸਿੱਖਾਂ ਦੇ ਘਰ ਜਨਮ ਲਿਆ, ਇਸ ਗੱਲ ਦਾ ਵੀ ਮਾਣ ਹੈ। ਸੱਚੇ ਪਾਤਸ਼ਾਹ ਪਹਿਲਾ ਬਚਨ ਇਹ ਕੀਤਾ ਕਿ ਮੇਰਾ ਜਿਹੜਾ ਹੰਕਾਰ ਹੈ ਉਹ ਇਹ ਹੈ ਕਿ ਮੈਂ ਤੁਰਕਾਂ ਦੇ ਘਰ ਜਨਮ ਲਿਆ ਹੈ। ਚਰਮ ਸਿਥਲ ਮੈਂ ਨਿਰਥਲ ਹੋਇਓ, ਕੰਪਤ ਸਿਰ ਮੈਂ ਵਿਸ਼ਿਆ ਨ ਭੋਇਓ। ਸੱਚੇ ਪਾਤਸ਼ਾਹ ਵਿਸ਼ੇ ਵਿਕਾਰ ਭੋਗਦਾ ਆ ਮੇਰਾ ਚਮੜਾ ਸਰੀਰ ਛੱਡ ਗਿਆ ਹੈ ਤੇ ਮੈਂ ਸਿਥਲ ਹੋ ਗਿਆ ਹਾਂ। ਮਮ ਬਨਤਾ ਮੇਰੇ ਸੁਤ ਨਾਤੀ, ਮੈਂ ਜਿਹੜਾ ਮੇਰਾ ਹੰਕਾਰ ਹੈ ਨਾ, ਇਸ ਗੱਲ ਦਾ ਵੀ ਕਰਦਾ, ਮੇਰੀ ਘਰ ਵਾਲੀ, ਮੇਰੇ ਪੁੱਤਰ, ਮੇਰੇ ਦੋਤੇ ਤੇ ਪੋਤੇ ਹਨ। ਮਮ ਸੋਦਰ ਮੇਰੇ ਗਿਆਤੀ, ਮੇਰੇ ਭਰਾ ਨੇ ਤੇ ਮੇਰੇ ਰਿਸ਼ਤੇਦਾਰ ਹਨ। ਆਪਾਂ ਵੀ ਇਹ ਹੰਕਾਰ ਕਰਦੇ ਹਾਂ। ਮੇਰੇ ਜੀ 2 ਪੁੱਤਰ ਨੇ, ਮੇਰੇ 4 ਪੁੱਤਰ ਨੇ, ਨੋਹਾਂ ਆ ਗਈਆਂ ਮੇਰੀਆਂ, ਮੇਰੇ ਪੋਤੇ ਹੋ ਗਏ, ਮੇਰੇ ਦੋਤੇ ਹੋ ਗਏ, ਮੇਰੇ ਰਿਸ਼ਤੇਦਾਰ ਬੜੇ ਉੱਚੇ ਨੇ, ਬੜਾ ਧਨ ਹੈ ਉਹਨਾਂ ਦੇ ਕੋਲ। ਫਿਰ ਉਹਨਾਂ ਦਾ ਹੰਕਾਰ ਕਰਦੇ ਆ, ਮਾਣ ਕਰਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ, ਰਾਜਨ ਦੱਸ ਤੇਰਾ ਹੰਕਾਰ ਕਿੱਥੇ ਕਿੱਥੇ ਹੈ? ਬਾਰੀ ਬਾਰੀ ਤੋੜਨਗੇ ਸਤਿਗੁਰ ਪਾਤਸ਼ਾਹ। ਪਹਿਲਾਂ ਇਹਨਾਂ ਵਿੱਚੋਂ ਹੰਕਾਰ ਕੱਢੀਏ, ਪਹਿਲਾਂ ਜਾਤ ਦਾ ਅਭਿਮਾਨ ਕੱਢੀਏ ਵੀ ਮੈਂ ਵੱਡੀ ਜਾਤ ਵਾਲਾ, ਇਹ ਅਭਿਮਾਨ ਨੂੰ ਛੱਡ ਦਿਓ। ਫਿਰ ਗੋਤ ਦਾ ਅਭਿਮਾਨ ਛੱਡੋ, ਫਿਰ ਕੁਲ ਦਾ ਅਭਿਮਾਨ ਛੱਡੋ, ਮੇਰੀ ਕੁਲ ਬੜੀ ਵਧੀਆ। ਫਿਰ ਆਪਣੀਆਂ ਧੀਆਂ ਪੁੱਤਰਾਂ ਰਿਸ਼ਤੇਦਾਰ ਮਿੱਤਰਾਂ ਦਾ ਅਭਿਮਾਨ ਛੱਡਣਾ ਹੈ। ਨਾਮ ਬੁਲਾਰ ਵਿਖੇ ਮਮ ਹੰਤਾ, ਮੇਰੇ ਨਾਮ ਦਾ ਵੀ ਅਭਿਮਾਨ ਹੈ ਮੈਨੂੰ, ਕਿ ਮੇਰਾ ਨਾਮ ਰਾਏ ਬੁਲਾਰ ਹੈ, ਮੇਰਾ ਨਾਮ ਸਾਰੇ ਪਾਸੇ ਚੱਲਦਾ, ਮੈਨੂੰ ਸਾਰੇ ਹੀ ਜਾਣਦੇ ਨੇ। ਇਸ ਗੱਲ ਦਾ ਵੀ ਅਭਿਮਾਨ ਆ ਜਾਂਦਾ ਹੈ। ਇਸ ਗੱਲ ਦਾ ਹੰਕਾਰ ਬਿਲਕੁਲ ਆਉਂਦਾ, 100% ਆਉਂਦਾ ਵੀ ਮੈਨੂੰ ਸਾਰੇ ਲੋਕ ਜਾਣਦੇ ਹਨ। ਸੰਬੰਧਨ ਮੈਂ ਲਖੋ ਇਹ ਦੰਤਾ, ਸੱਚੇ ਪਾਤਸ਼ਾਹ ਮੈਂ ਵੱਡਾ ਰਾਜਾ ਤੇ ਬਾਕੀ ਮੇਰੇ ਨਾਲੋਂ ਛੋਟੇ ਨੇ, ਮੈਨੂੰ ਇਸ ਗੱਲ ਦਾ ਵੀ ਹੰਕਾਰ ਹੈ। ਦੇਖੋ ਕਿੱਥੇ ਕਿੱਥੇ ਉਹ ਸੱਚ ਬੋਲ ਰਿਹਾ, ਝੂਠ ਨਹੀਂ ਬੋਲ ਰਿਹਾ, ਕਿ ਮੇਰਾ ਹੰਕਾਰ ਇੱਥੇ ਇੱਥੇ ਹੈ। ਮੇਰਾ ਪੁੱਤਰਾਂ ਵਿੱਚ ਹੰਕਾਰ ਹੈ, ਪਤਨੀ ਵਿੱਚ ਹੰਕਾਰ ਹੈ, ਮੇਰੇ ਭਰਾ ਨੇ ਇਸ ਗੱਲ ਦਾ ਹੰਕਾਰ ਹੈ, ਮੇਰੇ ਰਿਸ਼ਤੇਦਾਰ ਨੇ ਇਸ ਗੱਲ ਦਾ ਹੰਕਾਰ ਹੈ, ਮੇਰਾ ਨਾਮ ਬੜਾ ਵੱਡਾ ਹੈ, ਇਸ ਗੱਲ ਦਾ ਹੰਕਾਰ ਹੈ।
ਇਸ ਗੱਲ ਦਾ ਵੀ ਹੰਕਾਰ ਹੈ ਕਿ ਉਹ ਗਰੀਬ ਨੇ ਤੇ ਮੈਂ ਅਮੀਰ ਹਾਂ। हे ਭੂਪਤ ਇਹ ਤਨ ਕੇ ਧਰਮਾ ਆਪ ਅਰੋਪੇ ਭਾ ਉਰ ਭਰਮਾ। ਸੱਚੇ ਪਾਤਸ਼ਾਹ ਕਹਿੰਦੇ ਰਾਜਨ ਇਹ ਕੋਈ ਹੰਕਾਰ ਵਾਲੀ ਗੱਲ ਨਹੀਂ, ਇਹ ਤਾਂ ਸਰੀਰ ਦਾ ਧਰਮ ਹੈ। ਜੇ ਸਰੀਰ ਹੈ ਤਾਂ ਰਿਸ਼ਤੇਦਾਰ ਹੋਣਗੇ, ਜੇ ਸਰੀਰ ਹੈ ਤਾਂ ਧੀਆਂ ਪੁੱਤਰ ਹੋਣਗੇ, ਉਹਨਾਂ ਨੂੰ ਹਟਾ ਨਹੀਂ ਸਕਦੇ ਆਪਾਂ। ਇਹ ਹੰਕਾਰ ਵਾਲੀ ਗੱਲ ਨਹੀਂ ਹੈ। ਜੇ ਸਰੀਰ ਹੈ ਤਾਂ ਧਨ ਵੀ ਹੋਵੇਗਾ, ਜੇ ਸਰੀਰ ਹੈ ਤਾਂ ਨਾਮ ਵੀ ਹੋਵੇਗਾ, ਜੇ ਸਰੀਰ ਹੈ ਤਾਂ ਸਭ ਕੁਝ ਹੋਵੇਗਾ। ਇਹ ਸਰੀਰ ਦਾ ਹੀ ਧਰਮ ਹੈ। ਸਰੀਰ ਦਾ ਧਰਮ ਹੈ ਪੁੱਤਰ ਧੀਆਂ ਪੈਦਾ ਕਰਦਾ ਹੈ, ਸਰੀਰ ਦਾ ਧਰਮ ਹੈ ਉਹਨਾਂ ਦੇ ਵਿਆਹ ਕਰਦਾ ਹੈ, ਸਰੀਰ ਦਾ ਧਰਮ ਹੈ ਰਿਸ਼ਤੇਦਾਰ ਭਰਾ ਭਰਜਾਈਆਂ ਸਭ ਕੁਝ ਬਣ ਜਾਂਦੇ ਨੇ। ਇਹ ਕੋਈ ਹੰਕਾਰ ਨਹੀਂ ਹੈ। ਜਨਮ ਮਰਨ ਦੁਖ ਤਨ ਕੇ ਮਾਹੀ। ਜਨਮ ਤੇ ਮਰਨ ਦਾ ਦੁੱਖ ਜਿਹੜਾ ਹੈ ਕੇਵਲ ਤਨ ਨੂੰ ਲੱਗਦਾ ਹੈ। ਬਾਲਕ ਤਰਨ ਬਿਰਧ ਤੂੰ ਨਾਹੀ। ਨਾ ਤੂੰ ਬੱਚਾ, ਨਾ ਤੂੰ ਤਰਨ ਅਵਸਥਾ ਵਾਲਾ ਜਵਾਨ, ਨਾ ਤੂੰ ਬੁੱਢਾ, ਤੂੰ ਕਿਸੇ ਅਵਸਥਾ ਵਿੱਚ ਨਹੀਂ ਹੈ। ਆ ਸਰੀਰ ਦਾ ਧਰਮ ਹੈ ਬੱਚਾ ਹੋ ਜਾਣਾ, ਸਰੀਰ ਦਾ ਧਰਮ ਹੈ ਜਵਾਨ ਹੋ ਜਾਣਾ, ਸਰੀਰ ਦਾ ਧਰਮ ਹੈ ਬੁੱਢਾ ਹੋ ਜਾਣਾ। ਪਰ ਜਿਹੜਾ ਅੰਦਰ ਬੈਠਾ ਹੈ ਨਾ ਉਹ ਬੱਚਾ ਹੈ, ਨਾ ਉਹ ਜਵਾਨ ਹੈ ਤੇ ਨਾ ਉਹ ਬੁੱਢਾ ਹੈ। ਗੱਲ ਪਕੜ ਵਿੱਚ ਆਈ ਜੀ? ਥੋੜੀ ਜੀ, ਥੋੜੀ ਥੋੜੀ, ਜ਼ਿਆਦਾ ਨਹੀਂ ਆਉਣੀ, ਜਿੰਨੀ ਕੁ ਆ ਰਹੀ ਹੈ। ਸਰੀਰ ਬਚਪਨ ਤੋਂ ਜਵਾਨੀ ਵੱਲ ਚਲਿਆ ਗਿਆ, ਜਵਾਨੀ ਤੋਂ ਬੁਢਾਪੇ ਵੱਲ ਚਲਿਆ ਗਿਆ, ਪਰ ਜਿਹੜਾ ਅੰਦਰ ਬੈਠਾ ਉਹ ਤਾਂ ਨਹੀਂ ਬੁੱਢਾ ਹੋਇਆ, ਉਹ ਤਾਂ ਹਾਲੇ ਵੀ ਬਚਪਨ ਵਾਲੀਆਂ ਗੱਲਾਂ ਨੇ ਉਹਦੇ ਕੋਲ, ਹਾਲੇ ਵੀ ਜਵਾਨੀ ਵਾਲੀਆਂ ਗੱਲਾਂ ਨੇ ਉਹਦੇ ਕੋਲ। ਉਹ ਨਾ ਜੰਮਦਾ ਨਾ ਮਰਦਾ, ਨਾ ਬੁੱਢਾ ਹੁੰਦਾ ਨਾ ਜਵਾਨ ਹੁੰਦਾ ਹੈ। ਖਾਕ ਬਾਦ ਆਤਸ਼ਾਹ ਆਬ ਨਭ ਪੰਚ ਭੂਤੇ ਜੜ ਜਾਨੋ ਸਭ। ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਇਹ ਸਰੀਰ ਹੈ ਪੰਜ ਤੱਤਾਂ ਦਾ ਮਿਲ ਕੇ ਬਣਿਆ ਹੋਇਆ ਹੈ, ਔਰ ਇਹ ਪੰਜ ਤੱਤ ਜੜ ਰੂਪ ਨੇ। ਇਹ ਮਰਨ ਧਰਮ ਹੈ, ਮਰਨ ਧਰਮਾ। ਇਸ ਸਰੀਰ ਨੇ ਪੰਜਾਂ ਤੱਤਾਂ ਨੇ ਆਪਣੇ ਆਪ ਨੂੰ ਆਪਣੇ ਤੱਤਾਂ ਵਿੱਚ ਮਿਲਾ ਕੇ ਖਤਮ ਹੋ ਜਾਣਾ ਇੱਕ ਦਿਨ। ਇਹ ਸਰੀਰ ਹੀ ਮਰਦਾ ਹੈ, ਜਿਹੜੀ ਅੰਦਰ ਜੀਵ ਆਤਮਾ ਹੈ ਨਾ ਉਹ ਨਹੀਂ ਮਰਦੀ। ਸਤਿਗੁਰਾਂ ਨੇ ਉਹਨੂੰ ਦੱਸਣਾ ਵੀ ਤੂੰ ਆਤਮਾ ਹੈ, ਤੂੰ ਸਰੀਰ ਨਹੀਂ ਹੈ, ਤੂੰ ਆਤਮਾ। ਹੁਣ ਇਹਦੇ ਨਾਲ ਨਾਲ ਚੱਲੀ ਚੱਲਿਓ। ਪਹਿਲਾਂ ਤਾਂ ਇਹ ਮਾਣ ਛੱਡ ਦਿਓ ਕਿ ਸਾਡੇ ਰਿਸ਼ਤੇਦਾਰ ਬਹੁਤ ਪੈਸੇ ਵਾਲੇ ਆ, ਇਹਦਾ ਅਭਿਮਾਨ ਛੱਡ ਦਿਓ, ਕੋਈ ਲੋੜ ਨਹੀਂ ਕਰਨ ਦੀ। ਇਹ ਵੀ ਅਭਿਮਾਨ ਛੱਡ ਦਿਓ, ਮੇਰੇ 4 ਪੁੱਤਰ ਨੇ ਮੇਰੀ ਸੇਵਾ ਕਰਨਗੇ, ਇਹ ਵੀ ਅਭਿਮਾਨ ਛੱਡ ਦਿਓ। ਇਹ ਵੀ ਅਭਿਮਾਨ ਛੱਡ ਦਿਓ ਕਿ ਮੇਰਾ ਨਾਂ ਬਹੁਤ ਚੱਲਿਆ ਹੋਇਆ, ਇਹ ਤੇ ਵੀ ਮਾਣ ਕਰਨ ਦੀ ਲੋੜ ਨਹੀਂ ਹੈ। ਫੇਰ ਨਾ ਇਸ ਸਰੀਰ ਦਾ ਅਭਿਮਾਨ ਕਰਨਾ, ਇਹ ਸਰੀਰ ਦਾ ਵੀ ਹੰਕਾਰ ਨਹੀਂ ਕਰਨਾ ਹੈ। ਤਿਨ ਕੀ ਦੇਹ ਰਚੀ ਜੜ ਸੋਊ ਜਸ ਕਾਰਨ ਤਸ ਕਾਰਜ ਹੋਊ। ਇਹ ਦੇਹ ਪੰਜਾਂ ਤੱਤਾਂ ਨਾਲ ਮਿਲ ਕੇ ਬਣੀ ਹੈ। ਤੂੰ ਸਦੀਵ ਚੇਤਨ ਸੁਖ ਸੰਗਾ। ਤੂੰ ਸਦੀਵ ਰਹਿਣ ਵਾਲਾ ਹੈ, ਚੇਤਨ ਹੈ ਔਰ ਹਰ ਵਕਤ ਰਹਿੰਦਾ ਹੈ। ਨਾ ਤੂੰ ਕਿਤੋਂ ਆਇਆ ਤੇ ਨਾ ਤੂੰ ਕਿਤੇ ਜਾਣਾ। ਜਾਣਾ ਕਿਹਨੇ ਹੈ? ਐਸ ਸਰੀਰ ਨੇ। ਇਹ ਸਰੀਰ ਆਇਆ ਵੀ ਹੈ ਤੇ ਇਹ ਸਰੀਰ ਚਲਿਆ ਵੀ ਜਾਵੇਗਾ, ਪਰ ਜਿਹੜਾ ਇਹਦੇ ਅੰਦਰ ਚੇਤਨ ਹੈ ਨਾ, ਚੇਤਨ ਪਰਮਾਤਮਾ ਦਾ ਅੰਸ਼ ਜਿਹਨੂੰ ਆਤਮਾ ਕਹਿੰਦੇ ਆ, ਨਾ ਉਹਨੇ ਜਨਮ ਲਿਆ ਤੇ ਨਾ ਉਹਨੇ ਮਰਨਾ। ਉਹਨੇ ਮਰਨਾ ਵੀ ਨਹੀਂ ਹੈ, ਉਹਨੇ ਜਨਮ ਵੀ ਨਹੀਂ ਲਿਆ, ਜਨਮ ਇਸ ਸਰੀਰ ਨੇ ਲਿਆ। ਉਸ ਚੇਤਨ ਨੇ ਕੋਈ ਜਨਮ ਨਹੀਂ ਲਿਆ। ਜਨਮ ਮਰਨ ਤੇ ਰਹਿਤ ਅਭੰਗਾ। ਤੂੰ ਜਨਮ ਮਰਨ ਤੋਂ ਪਰੇ ਹੈ। ਨਾਮ ਰੂਪ ਪੁਨ ਵਰਨ ਬਹੀਨਾ। ਤੇਰਾ ਕੋਈ ਨਾਮ ਨਹੀਂ ਹੈ, ਤੇਰਾ ਕੋਈ ਰੂਪ ਨਹੀਂ ਹੈ, ਤੇਰਾ ਕੋਈ ਵਰਨ ਗੋਤ ਜਾਤ ਪਾਤ ਕੁਛ ਵੀ ਨਹੀਂ ਹੈ।
ਸਾਧ ਸੰਗਤ ਕਾਹਦਾ ਹੰਕਾਰ ਹੈ ਵੀ ਮੈਂ ਜੱਟ ਆਂ, ਕਾਹਦਾ ਹੰਕਾਰ ਕਰਨਾ ਮੈਂ ਰਾਮਗੜੀ ਆਂ, ਕਿਹੜੀ ਗੱਲ ਦਾ ਹੰਕਾਰ ਕਰਨਾ? ਆ ਜਿਹੜਾ ਅੰਦਰ ਬੈਠਾ ਇਹਦੀ ਕੋਈ ਜਾਤ ਹੈਗੀ? ਇਹਦੀ ਕੋਈ ਜਾਤ ਨਹੀਂ ਹੈ। ਜਿੰਨਾ ਕੁ ਮੇਰੇ ਵਿੱਚ ਹੈ ਉਨਾ ਹੀ ਤੁਹਾਡੇ ਵਿੱਚ ਸਾਰਿਆਂ 'ਚ ਬੈਠਾ ਹੈ। ਉਹ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲ। ਜਿੰਨਾ ਕੀੜੀ 'ਚ ਬੈਠਾ ਹੈ ਨਾ ਉਨਾ ਹੀ ਹਾਥੀ 'ਚ ਬੈਠਾ ਹੈ। ਕੀੜੀ ਵਿੱਚ ਵੀ ਉਨਾ ਹੀ ਹੈ, ਹਾਥੀ ਵਿੱਚ ਵੀ ਉਨਾ ਹੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨਾ ਉਹਦੀ ਕੋਈ ਜਾਤ ਹੈ, ਨਾ ਉਹਦਾ ਕੋਈ ਗੋਤ ਹੈ, ਨਾ ਉਹਦੀ ਕੋਈ ਕੁੱਲ ਹੈ, ਨਾ ਉਹਦਾ ਕੋਈ ਧਰਮ ਹੈ। ਇਹਦਾ ਧਰਮ ਵੀ ਕੋਈ ਨਹੀਂ ਹੈ। ਇਹਨੇ ਤਾਂ ਆ ਸਰੀਰ ਤੇ ਦਾੜਾ ਰੱਖ ਲਿਆ, ਪੱਗ ਬੰਨ ਲਈ, ਕਹਿੰਦਾ ਮੈਂ ਸਿੱਖ ਹੋ ਗਿਆ। ਐਸੇ ਸਰੀਰ ਨਾਲ ਹੋਇਆ ਨਾ। ਇਥੋਂ ਬਾਲ ਕੱਟ ਤੇ ਦਾੜਾ ਸਾਫ਼ ਕਰ ਲਿਆ, ਸਿਰ ਦੇ ਬਾਲ ਕੱਟ ਲਏ, ਕਹਿੰਦਾ ਹੁਣ ਮੈਂ ਹਿੰਦੂ ਹੋ ਗਿਆ। ਆਹੀ ਸਰੀਰ ਹੈ ਨਾ। ਥੋੜਾ ਜਿਹਾ ਦਾੜਾ ਰੱਖ ਲਿਆ, ਮੁੱਛਾਂ ਸਾਫ਼ ਕਰ ਲੀਆਂ, ਕਹਿੰਦਾ ਮੈਂ ਮੁਸਲਮਾਨ ਹੋ ਗਿਆ। ਇਹ ਸਰੀਰ ਨੂੰ ਜਿੱਧਰ ਮਰਜ਼ੀ ਬਦਲ ਲਓ, ਜਿੱਧਰ ਮਰਜ਼ੀ ਚਲਾ ਲਓ, ਪਰ ਜਿਹੜਾ ਅੰਦਰ ਬੈਠਾ ਹੈ ਨਾ ਉਹ ਹਿੰਦੂ, ਨਾ ਉਹ ਸਿੱਖ, ਨਾ ਉਹ ਮੁਸਲਮਾਨ, ਨਾ ਉਹ ਜੈਨੀ, ਨਾ ਉਹ ਬੋਧੀ, ਉਹਦਾ ਕੋਈ ਧਰਮ ਨਹੀਂ ਹੈ। ਸਦਾ ਏਕ ਰਸ ਦੁਖ ਸਭ ਹੀਨਾ, ਸੋ ਤਜ ਕਰ ਜਬ ਜਾਵਤ ਦੇਹੀ। ਉਹ ਜਿਹੜਾ ਅੰਦਰ ਹੈ ਉਹ ਸਦਾ ਇੱਕ ਰਸ ਰਹਿੰਦਾ ਹੈ। ਜਦੋਂ ਦੇਹ ਨੂੰ ਛੱਡ ਕੇ ਚਲਿਆ ਜਾਂਦਾ ਫੇਰ ਵੀ ਇੱਕ ਰਸ ਰਹਿੰਦਾ, ਇੱਕ ਸਮਾਨ ਰਹਿੰਦਾ। ਨਾ ਬਾੜ ਹੈ, ਨਾ ਘਾਟ ਹੈ, ਨਾ ਘਾਟ ਬਾੜ ਹੋਤ ਹੈ। ਉਹ ਘਟਦਾ ਵੱਧਦਾ ਨਹੀਂ, ਸਦਾ ਇੱਕ ਸਮਾਨ ਰਹਿੰਦਾ। ਜਿੱਦਣ ਉਹ ਇਸ ਦੇਹ ਵਿੱਚੋਂ ਨਿਕਲ ਗਿਆ ਨਾ, ਇਸ ਦੇਹ ਪਈ ਵਿੱਚੋਂ ਮੁਸ਼ਕ ਆਉਣ ਲੱਗ ਜਾਂਦਾ। ਥੋੜੇ ਘੰਟਿਆਂ ਦੇ ਬਾਅਦ ਹੀ ਫਿਰ ਘਰ ਦੇ ਕਹਿੰਦੇ ਲੈ ਜਾਓ ਚੱਕ ਕੇ, ਕਿਉਂਕਿ ਵਿੱਚ ਤਾਂ ਰਿਹਾ ਨਹੀਂ ਬੋਲਣ ਵਾਲਾ। ਉਹਦੇ ਨਾਲੇ ਪਿਆਰ ਹੈ ਸਾਡਾ, ਇਹ ਸਰੀਰ ਨਾਲ ਨਹੀਂ ਹੈਗਾ। ਜਿਹੜਾ ਇਹਦੇ ਅੰਦਰ ਹੈ ਉਹਦੇ ਨਾਲ ਪਿਆਰ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿੱਦਣ ਇਹ ਛੱਡ ਕੇ ਜਾਂਦਾ ਉਦਣ ਫਿਰ ਦੇਹ ਦਾ ਕੁਛ ਨਹੀਂ ਬਣਦਾ। ਸੋ ਤਜ ਕਰ ਜਬ ਜਾਵਤ ਦੇਹੀ, ਘਰ ਤੇ ਕਾਢੈ ਵੈਰ ਸਨੇਹੀ। ਜਿੱਦਣ ਉਹ ਜੀਵ ਆਤਮਾ ਛੱਡ ਕੇ ਜਾਂਦੀ ਹੈ ਫਿਰ ਸਾਰੇ ਕਹਿੰਦੇ ਨੇ ਲੈ ਜਾਓ ਬਈ, ਲੈ ਜਾਓ ਬਈ, ਬਾਲ ਦਿਓ ਇਹਨੂੰ, ਸਿੱਟੋ ਅੱਗ ਦੇ ਵਿੱਚ। ਕੋਈ ਕਹਿੰਦਾ ਪਾਣੀ ਵਿੱਚ ਡੋਬ ਦਿਓ, ਕੋਈ ਕਿਸੇ ਤਰੀਕੇ ਨਾਲ ਆਪਣੇ ਆਪਣੇ ਢੰਗ ਨਾਲ। ਘਰ ਵਿੱਚ ਨਹੀਂ ਕੋਈ ਰੱਖਦਾ। ਕਿਸੇ ਨੇ ਮੁਰਦੇ ਨੂੰ ਬੈੱਡ ਤੇ ਪਿਆ ਦੇਖਿਆ ਨਾ, ਜਦੇ ਚੱਕ ਕੇ ਥੱਲੇ ਪਾ ਦਿੰਦੇ ਨੇ ਵੀ ਬੈੱਡ ਤੇ ਵੀ ਨਹੀਂ ਪਾਉਣਾ, ਕਿਉਂਕਿ ਉਹ ਵਿੱਚੋਂ ਨਿਕਲ ਗਿਆ। ਜਿਹੜਾ ਮੈਂ ਕੌਣ ਆ ਨਾ ਉਹ ਵਿੱਚੋਂ ਨਿਕਲ ਗਿਆ। ਇਹ ਸਵਾਲ ਹੱਲ ਹੋਣਾ ਸਾਧ ਸੰਗਤ। ਇੱਕ ਵਾਰੀ ਸਾਰੇ ਆਖੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਹਾਂਜੀ। ਜਿਸ ਬਹੀਨ ਤਨ ਮਿਰਤ ਅਪਵਿੱਤਰਾ, ਸੋ ਤੂੰ ਲਿਖੀਏ ਪਿਰਥ ਪਵਿੱਤਰਾ। ਜਿਹਦੇ ਨਿਕਲ ਜਾਣ ਨਾਲ ਇਹ ਸਰੀਰ ਅਪਵਿੱਤਰ ਹੋ ਜਾਂਦਾ ਹੈ। ਹੁਣ ਤਾਂ ਪਵਿੱਤਰ ਹੈ ਨਾ, ਜਿੱਦਣ ਇਹ ਨਿਕਲ ਗਿਆ ਉਦਣ ਇਹ ਅਪਵਿੱਤਰ ਹੋ ਗਿਆ। ਤਾਂ ਹੀ ਚੱਕ ਕੇ ਸਿੱਟਦੇ ਆ, ਨਹੀਂ ਤਾਂ ਘਰ ਨਾ ਰੱਖ ਲੈਂਦੇ ਵੀ ਮੇਰੇ ਬਾਪੂ ਦਾ ਸਰੀਰ ਹੈ ਇਹਨੂੰ ਘਰੇ ਰੱਖੋ। ਕੋਈ ਰੱਖਦਾ? ਕੋਈ ਨਹੀਂ ਰੱਖਦਾ। ਕਹਿੰਦੇ ਲੈ ਜਾਓ, ਲੈ ਜਾਓ। ਹੁਣ ਇਹਦੇ ਵਿੱਚ ਬਚਿਆ ਹੀ ਕੁਛ ਨਹੀਂ। ਏਦਾਂ ਕਹਿੰਦੇ ਨੇ ਵੀ ਇਹਦੇ ਵਿੱਚ ਬਚਿਆ ਕੁਛ ਨਹੀਂ। ਕਿਉਂ ਬਈ? ਨੱਕ ਵੀ ਉਦਾਂ ਹੀ ਹੈ, ਮੂੰਹ ਵੀ ਉਦਾਂ ਹੀ ਹੈ, ਪੈਰ ਉਦਾਂ ਨੇ, ਹੱਥ ਉਦਾਂ ਨੇ। ਬਸ ਉਹ ਜਿਹੜਾ ਅੰਸ਼ ਹੈ ਨਾ ਪ੍ਰਮਾਤਮਾ ਦਾ, ਉਹ ਨਿਕਲ ਗਿਆ। ਉਹ ਨਿਕਲਿਆ ਤੇ ਫਿਰ ਇਹਦੀ ਕੀਮਤ ਜ਼ੀਰੋ ਹੋ ਗਈ। ਜਾਤ ਵਰਨ ਤੇ ਲਖ ਕਰ ਨਿਆਰੋ, ਇਹ ਜਾਤ ਵਰਨ ਗੋਤ ਕੁਲ ਤੋਂ ਨਿਆਰਾ ਹੈ। ਨਿਜ ਸਰੂਪ ਕਰੀਏ ਨਿਰਧਾਰੋ। ਜਿਹੜਾ ਜਿਹਦੀ ਜਾਤ ਕੋਈ ਨਹੀਂ, ਕੁਲ ਕੋਈ ਨਹੀਂ, ਵਰਨ ਕੋਈ ਨਹੀਂ, ਗੋਤ ਕੋਈ ਨਹੀਂ, ਉਹ ਤੇਰਾ ਨਿਜ ਸਰੂਪ ਹੈ। ਜਿਹਨੇ ਮਰਨਾ ਨਹੀਂ ਉਹ ਤੇਰਾ ਨਿਜ ਸਰੂਪ ਹੈ। ਜਿਹਨੂੰ ਅੱਗ ਨਹੀਂ ਸਾੜ ਸਕਦੀ, ਨੈਣ ਛਿੰਦੰਤੀ ਨਾ ਸ਼ਾਸਤਰਾਣੀ, ਨੈਣ ਦਹੰਤੀ ਪਾਪ ਤਹਿ।
ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਕਹਿੰਦੇ ਨੇ, ਕਹਿੰਦੇ ਜਿਹਨੂੰ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਕੋਈ ਚੀਜ਼ ਕੱਟ ਨਹੀਂ ਸਕਦੀ, ਉਹ ਆਤਮਾ ਪਰਮਾਤਮਾ ਹੈ, ਆਤਮਾ ਹੈ ਪਰਮਾਤਮਾ ਦਾ ਅੰਸ਼। ਜਿੱਦਣ ਉਹ ਨਿਕਲ ਗਿਆ ਉਸ ਦਿਨ ਇਹ ਸਰੀਰ ਜ਼ੀਰੋ ਹੈ, ਫਿਰ ਇਹਦੀ ਕੀਮਤ ਕੋਈ ਨਹੀਂ, ਫਿਰ ਇਹਨੂੰ ਸਿੱਟ ਦਿੰਦੇ ਹਨ। ਹਰ ਪੁਨ ਜਹ ਜਹ ਮਮਤਾ ਥਾਪੀ, ਦੁੱਖ ਮੈਂ ਸੰਗੀ ਹੋਵੇ ਨਾ ਕਦਾਪੀ। ਜਿੱਥੇ ਜਿੱਥੇ ਤੂੰ ਮਮਤਾ ਲਾਈ ਹੈ ਨਾ, ਆਪਣਾ ਸਨੇਹ ਪਾਇਆ, ਉਹ ਤੇਰੇ ਨਾਲ ਨਹੀਂ ਜਾਣੇ। ਧਨ ਆਦਿਕ ਜੇ ਪਿਖੋ ਪਦਾਰਥ, ਸਭ ਜੀਵਤ ਲੋ ਮੋਏ ਆਕਾਰਥ। ਹਾਂ, ਜਿਹੜਾ ਧਨ ਹੈ ਨਾ ਰੁਪਈਆ, ਇਹ ਜਿਉਂਦੇ ਜੀ ਤਾਂ ਹੈ ਤੇਰਾ, ਜਿੱਦਣ ਤੂੰ ਚਲਿਆ ਗਿਆ ਉਦਣ ਤੇਰੀ ਮਲਕੀਅਤ ਮੁੱਕ ਗਈ ਏ ਤੋਂ, ਫੇਰ ਨਹੀਂ ਤੇਰਾ, ਫੇਰ ਜਿਹੜਾ ਪਿੱਛੇ ਰਹਿ ਗਿਆ ਉਹ ਆਪੇ ਹੀ ਵਰਤ ਲਵੇਗਾ। ਜੇ ਗਿਆਤੀ ਬਨਤਾ ਸੁਤ ਨਾਤੀ, ਤਨ ਤਿਆਗੇ ਤੇ ਕੋ ਨਾ ਸੰਘਾਤੀ। ਜਿੰਨੇ ਗਿਆਤੀ ਨੇ, ਰਿਸ਼ਤੇਦਾਰ ਨੇ, ਜਿੰਨੇ ਪੁੱਤਰ ਨੇ, ਧੀਆਂ ਨੇ, ਜਦੋਂ ਤੂੰ ਤਨ ਤਿਆਗ ਦਿੱਤਾ ਨਾ, ਉਦਣ ਉਹਨਾਂ ਨੇ ਖੜਨਾ ਕੋਈ ਨਹੀਂ, ਤੇਰੇ ਨਾਲ ਨਹੀਂ ਕਿਸੇ ਨੇ ਅੱਗ ਵਿੱਚ ਜਾਣਾ ਨਾ, ਕੋਈ ਨਹੀਂ ਜਾਂਦਾ। ਅੱਜ ਤੱਕ ਕੋਈ ਗਿਆ? ਕੋਈ ਨਹੀਂ ਗਿਆ ਹੈਗਾ, ਨਾ ਕਿਸੇ ਨੇ ਜਾਣਾ, ਗਾਹਾਂ ਨੂੰ ਵੀ ਨਹੀਂ ਜਾਣਾ। ਤੇਰੇ ਨਾਲ ਸੰਗ ਨਾ ਚਾਲਸ ਤੇਰੇ ਤਨਾ, ਤੂੰ ਕਿਆ ਲਪਟਾਵੇ ਮੂਰਖ ਮਨਾ। ਪਰ ਅਕਲ ਫੇਰ ਨਹੀਂ ਆਉਂਦੀ ਸਾਨੂੰ, ਰੋਜ਼ ਬਾਣੀ ਦੀ ਤੁਕ ਯਾਦ ਕਰਦੇ ਆ, ਫੇਰ ਵੀ ਨਹੀਂ, ਫੇਰ ਵੀ ਹਾਏ ਮੇਰਾ, ਹਾਏ ਮੇਰਾ, ਹਾਏ ਮੇਰਾ, ਮੇਰੀ ਮੇਰੀ ਕਹਿਰੋ ਕਰਤੇ, ਦਰਜੋਦਨ ਸੇ ਭਾਈ। ਦਰਜੋਦਨ ਵਰਗੇ ਜਿਹਦੇ 100 ਪੁੱਤਰ ਸੀਗੇ, ਧ੍ਰਿਤਰਾਸ਼ਟਰ ਦੇ 100 ਪੁੱਤਰ ਸੀ, ਬੜਾ ਮਾਣ ਸੀ ਉਹਨੂੰ, ਮੇਰੇ 100 ਪੁੱਤਰ ਨੇ, ਪਰ ਯੁੱਧ ਦੇ ਵਿੱਚ ਸਾਰੇ ਦੇ ਸਾਰੇ ਹੀ ਮਾਰਤੇ, ਛੱਡਿਆ ਕੋਈ ਨਹੀਂ ਹੈਗਾ। ਕੀ ਕਰੂਗਾ ਅਭਿਮਾਨ ਕਰਕੇ? 12 ਜੋਜਨ ਛਤਰ ਚਲੈਥਾ, ਦੇਹੀ ਗਿਰਜ ਨਾ ਖਾਈ। 12 ਜੋਜਨ ਤੱਕ ਰਾਜੇ ਛਤਰ ਲੈ ਕੇ ਖੜੇ ਹੁੰਦੇ ਸੀ ਹਰ ਥਾਂ ਤੇ, ਵੀ ਇੱਧਰੋਂ ਦੁਰਜੋਧਨ ਨੇ ਨਿਕਲਣਾ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਾਸ ਗਿਰਜਾਂ ਨੇ ਵੀ ਨਹੀਂ ਖਾਧਾ, ਇੰਨੀਆਂ ਹੱਤਿਆਵਾਂ ਹੋਈਆਂ ਸੀ, ਗਿਰਜਾਂ ਵੀ ਥੱਕ ਗਈਆਂ ਮਾਸ ਖਾ ਖਾ ਕੇ, ਇੰਨਾ ਕਤਲੇਆਮ ਹੋਇਆ। ਸਾਧ ਸੰਗਤ, ਇੱਥੇ ਕੁਛ ਨਹੀਂ ਹੈ, ਕੁਛ ਨਹੀਂ ਹੈ, ਸਭ ਕੁਛ ਜ਼ੀਰੋ ਹੈ। ਇੱਥੇ ਇੱਕ ਤੂੰ ਹੈ, ਆਪਣੇ ਮੂਲ ਨੂੰ ਪਛਾਣ, ਮਨ ਤੂੰ ਜੋਤ ਇੰਨਾ ਪਛਾਣ ਲੈ ਕਿ ਮੈਂ ਜੋਤ ਸਰੂਪ ਹਾਂ। ਔਰ ਪਤਾ ਤਾਂ ਲੱਗੂ ਜਿੱਦਣ ਧਿਆਨ ਲਾ ਕੇ ਬੈਠੇਗਾ। ਕੀ ਲਾ ਕੇ ਬੈਠੇਗਾ ਜੀ? ਸੁਰਤ ਲਾ ਕੇ ਬੈਠੇਗਾ, ਧਿਆਨ ਲਾ ਕੇ ਬੈਠੇਗਾ। ਹਾਲੇ ਸੁਰਤ ਬਾਹਰ ਹੈ, ਹਾਲੇ ਬਾਹਰ ਹੈ। ਫਿਰ ਜਿੱਦਣ ਆਪਣੇ ਤੇ ਆ ਗਈ, ਉਦਣ ਆਪਣਾ ਆਹ ਦੇਹ ਦਾ ਪਤਾ ਲੱਗ ਜਾਊਗਾ, ਫਿਰ ਦੇਹ ਦੇ ਅੰਦਰਲਾ ਪਤਾ ਲੱਗ ਜੂ। ਹਾਲੇ ਸੁਰਤ ਬਾਹਰ, ਧਿਆਨ ਬਾਹਰ ਘੁੰਮਦਾ ਹੈ। ਦੋਹਰਾ ਬਸਤਰ ਸਮਾਨ ਸਰੀਰ ਸੋ, ਜੀਰਣ ਹੋਵੇ ਤਜ ਜਾਏ। ਇਹ ਸਰੀਰ ਜਿਹੜਾ ਬਸਤਰ ਸਮਾਨ ਹੈ, ਵੀ ਕੱਪੜਾ ਪਾਇਆ ਤੇ ਲਾ ਦਿੱਤਾ, ਜਦੋਂ ਜੀਰਣ ਹੋ ਗਿਆ, ਭਾਵ ਛਿੱਜ ਗਿਆ, ਉਦੋਂ ਫਿਰ ਇਸ ਛਿੱਜੇ ਹੋਏ ਸਰੀਰ ਵਿੱਚੋਂ ਆਤਮਾ ਆਪਣਾ ਨਵਾਂ ਚੋਲਾ ਪਾ ਲੈਂਦੀ। ਸਾਧ ਸੰਗਤ, ਬੜਾ ਗੂੜਾ ਗਿਆਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਰਹੇ ਨੇ ਰਾਏ ਬਲਾਰ ਜੀ ਨੂੰ। ਉਦੋਂ ਤਾਂ ਰਾਏ ਬਲਾਰ ਜੀ ਨੂੰ ਦਿੱਤਾ, ਤੇ ਹੁਣ ਆਪਾਂ ਸਾਰਿਆਂ ਨੂੰ ਮਿਲਣਾ ਇਹ ਗਿਆਨ, ਤੇ ਬੜਾ ਕੀਮਤੀ ਗਿਆਨ ਹੈ। ਤੇ ਆਪਾਂ ਨੇ ਲਗਾਤਾਰ 2 ਦਿਨ ਮੇਰਾ ਖਿਆਲ ਹੈ ਕਥਾ ਇਸੇ ਤਰ੍ਹਾਂ ਚੱਲੂਗੀ ਗਿਆਨ ਦੀ, ਤੇ ਆਪਾਂ ਬੜੇ ਧਿਆਨ ਨਾਲ ਸਰਵਣ ਕਰੀਏ। ਹੋ ਸਕਦਾ ਕੋਈ ਕਿਣਕਾ ਐਸਾ ਝੋਲੀ ਵਿੱਚ ਡਿੱਗ ਜਾਵੇ ਤੇ ਆਪਣਾ ਜੀਵਨ ਬਦਲ ਜਾਵੇ। ਸਮਾਪਤੀ ਕਰੀਏ, ਸਮੇਂ ਦੀ ਸੀਮਾ ਸਮਾਪਤ ਜੀ। ਜਪ ਲਓ ਸਾਰੇ। ਸਤਨਾਮ ਵਾਹਿਗੁਰੂ, ਸਤਨਾਮ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।